ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸਿਰ ਕੰਪਿਓ ਪਗ ਡਗਮਗੇ। ਨੈਣ ਜੋਤ ਤੇਹੀਨ ਕਹੋ ਨਾਨਕ ਇਹ ਬਿਦ ਭਈ। ਤਉ ਨ ਹਰ ਰਸ ਲੀਨ। ਨਿਜ ਕਰ ਦੇਖਿਓ ਜਗਤ ਮੈਂ। ਕੋ ਕਹੂੰ ਕੋ ਨਾਹੀ। ਨਾਨਕ ਥਿਰ ਹਰ ਭਗਤ ਹੈ। ਤਿਹ ਰਾਖੋ ਮਨ ਮਾਹੀ। ਨਿਜ ਕਰ ਦੇਖਿਓ ਜਗਤ ਮੈਂ। ਕੋ ਕਹੂੰ ਕੋ ਨਾਹੀ। ਨਾਨਕ ਥਿਰ ਹਰ ਭਗਤ ਹੈ। ਤਿਹ ਰਾਖੋ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਨੌਵਾਂ। ਇਸ ਬਾਣੀ ਦੇ ਵਿੱਚੋਂ ਦੋ ਸ਼ਲੋਕਾਂ ਦਾ ਪਾਠ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਸ਼ਲੋਕਾਂ ਦੀ ਵਿਚਾਰ ਭਾਈ ਹਰਦੇਵ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਰਕਾਬਗੰਜ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ।
ਗੁਰੂ ਘਰ ਦੀ ਸੇਵਾ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ। ਆਪ ਜੀ ਪੁਰਾਣੇ ਕਾਰਡ ਜਮ੍ਹਾਂ ਕਰਵਾ ਕੇ ਨਵੇਂ ਲੈ ਸਕਦੇ ਹੋ। ਅੱਗੋਂ ਜਿਨ੍ਹਾਂ ਨੇ ਹੋਰ ਸੇਵਾ ਕਰਨੀ ਹੋਵੇ, ਬੱਚਿਆਂ ਨੇ, ਵੀਰਾਂ ਨੇ, ਭੈਣਾਂ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ, ਆਧਾਰ ਕਾਰਡ ਦੀ ਕਾਪੀ ਦੇ ਕੇ ਆਪ ਜੀ ਕਾਰਡ ਲੈ ਸਕਦੇ ਹੋ। ਸ਼ਰਤ ਇੱਕੋ ਹੀ ਹੈ ਕਿ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਦਿਨ ਆ ਕੇ ਸੇਵਾ ਜ਼ਰੂਰ ਕਰਨੀ ਹੈ। ਪਰ ਸੇਵਾ ਕਰਦੇ ਸਮੇਂ ਇਹ ਜਿਹੜਾ ਵਲੰਟੀਅਰ ਕਾਰਡ ਹੈ, ਇਹ ਆਪਣੇ ਗਲੇ ਵਿੱਚ ਪਾ ਕੇ ਰੱਖਣਾ ਹੈ। 550 ਬੱਚੇ 550 ਸਾਲਾਂ ਤੇ ਜੋ ਅਡਾਪਟ ਕੀਤੇ ਸਨ, ਇਸ ਸੇਵਾ ਨੂੰ ਅੱਗੇ ਚਲਾਈਏ। ਸਕੂਲ ਖੁੱਲ੍ਹ ਚੁੱਕੇ ਨੇ, ਬੱਚੇ ਆ ਰਹੇ ਹਨ। ਇਹ ਉਹ ਬੱਚੇ ਸਨ ਜਿਨ੍ਹਾਂ ਦੇ ਜਾਂ ਤਾਂ ਮਾਂ ਪਿਓ ਨਹੀਂ ਹੈਗੇ ਜਾਂ ਮਾਂ ਪਿਓ ਹੈਗੇ ਨੇ ਪਰ ਬੱਚੇ ਗਰੀਬ ਨੇ। ਮਾਂ ਪਿਓ ਗਰੀਬ ਨੇ ਜੋ ਆਪਣੇ ਬੱਚਿਆਂ ਦੀਆਂ ਚੰਗੇ ਸਕੂਲਾਂ ਵਿੱਚ ਫੀਸਾਂ, ਕਿਤਾਬਾਂ, ਵਰਦੀਆਂ ਇਹ ਨਹੀਂ ਦੇ ਸਕਦੇ। ਸੋ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਆਓ ਆਪਾਂ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਈਏ। ਗੁਰਦੁਆਰਾ ਰਕਾਬਗੰਜ ਸਾਹਿਬ ਜੋ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਬਣਿਆ ਹੈ, ਉਹਦੇ ਵਿੱਚ ਜਿਹੜੀ ਹੋਲੋਗ੍ਰਾਫਿਕ ਫਿਲਮ ਵਿਖਾਈ ਜਾਂਦੀ ਹੈ, ਉਹਦੇ ਵਿੱਚ ਸਾਡਾ ਸਿੱਖ ਇਤਿਹਾਸ, ਗੁਰੂ ਇਤਿਹਾਸ ਫਿਲਮਾਇਆ ਗਿਆ ਹੈ। ਸੋ ਉੱਥੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਲੈ ਕੇ ਜਾਓ ਔਰ ਤੁਸੀਂ ਉਸ ਹੋਲੋਗ੍ਰਾਫਿਕ, ਉਸ ਫਿਲਮ ਦੇ ਰਾਹੀਂ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਸਿੱਖੀ ਦਾ, ਗੁਰੂ ਇਤਿਹਾਸ ਦਾ ਗਿਆਨ ਦਿਵਾ ਸਕਦੇ ਹੋ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਪਰੇ ਕੀ ਰਾਖੋ ਸ਼ਰਮਾ।
ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜਾਗਤ ਜੋਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਐਸੀਆਂ ਮਹਾਨ ਵਡਿਆਈਆਂ ਦੇ ਮਾਲਕ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਸਤ ਸੰਗਤ ਕਰਦੇ ਹੋਏ ਔਰ ਮੀਡੀਆ ਰਾਹੀਂ ਘਰਾਂ ਵਿੱਚ ਬੈਠ ਕੇ, ਦੇਸ਼ ਪ੍ਰਦੇਸ਼ਾਂ ਵਿੱਚ ਬੈਠ ਕੇ ਸੁਰਤੀ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਸਾਡੇ ਸਾਰਿਆਂ 'ਤੇ ਕਿਰਪਾ ਕੀਤੀ। ਤਨ ਕਰਕੇ ਮਨ ਕਰਕੇ ਗੁਰੂ ਚਰਨਾਂ ਵਿੱਚ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤਮਈ ਬਾਣੀ, ਧੁਰ ਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਤਮਿਕ ਆਨੰਦ ਨੂੰ ਮਾਣਦੇ ਹੋਏ ਜੀਵਨ ਵਿੱਚੋਂ ਸਮੇਂ ਨੂੰ ਸਫਲਾ ਬਣਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸਾਡੇ ਸਾਰਿਆਂ 'ਤੇ ਕੀਤਾ ਹੋਇਆ ਰਹਿਮ ਕਰਮ ਹੈ, ਤਰਸ ਹੈ। ਪਾਵਨ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਦਾ। ਵਿਚਾਰ ਅਧੀਨ ਸ਼ਬਦ ਜੋ ਸ਼ਲੋਕ ਮਹੱਲਾ 9ਵਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ, ਜਿਨ੍ਹਾਂ 2 ਸ਼ਲੋਕਾਂ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਤਿੰਨਾਂ ਦੇ ਰਾਹੀਂ ਸਰਵਣ ਕੀਤਾ ਹੈ। ਇਹ ਸ਼ਲੋਕ ਨੰਬਰ 47 ਔਰ ਸ਼ਲੋਕ ਨੰਬਰ 48 ਹਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੀ ਅਗਵਾਈ ਕਰਦੇ ਹੋਏ ਸਾਡੇ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਜੋ ਪ੍ਰੇਰਨਾ ਕੀਤੀ ਹੈ, ਜੋ ਸਿੱਖਿਆ ਦਿੱਤੀ ਹੈ, ਗੁਰੂ ਕਿਰਪਾ ਸਦਕਾ ਆਓ ਰਲ ਮਿਲ ਕੇ ਸਾਰੇ ਜਾਣੇ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਮਝ ਕੇ ਗੁਰੂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਸਕੀਏ ਅਤੇ ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੇ ਨਾਲ ਹੀ ਜੀਵਨ ਵਿੱਚ ਆਤਮਿਕ ਜੀਵਨ ਦੀ ਸਫਲਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਗੁਰਫਤਿਹ ਦੀ ਸਾਂਝ ਕਰੀਏ। ਬਾਅਦਬ ਸਤਿਕਾਰ ਸਹਿਤ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅੰਮ੍ਰਿਤ ਰਚਨਾ ਦੇ ਵਿੱਚੋਂ
ਟੋਟਲ 116 ਸ਼ਬਦ ਤੇ ਸ਼ਲੋਕ ਨੇ। 59 ਸ਼ਬਦ ਨੇ ਜੋ 15 ਰਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੇ, ਔਰ 57 ਸ਼ਲੋਕ ਨੇ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਕਰ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਸਾਡੇ ਜੀਵਨ ਦੀ ਉਸ ਹਾਲਤ ਦਾ ਜ਼ਿਕਰ ਕੀਤਾ ਹੈ ਜਿੱਥੇ ਜਾ ਕੇ ਸਾਡਾ ਸਰੀਰ ਜਿਹੜਾ ਇਹ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰੀ ਦਾ ਕਰਕੇ ਸਿਰ ਵੀ ਕੰਬਣ ਲੱਗ ਜਾਂਦਾ। ਕਈ ਵਾਰ ਜਦੋਂ ਬਜ਼ੁਰਗ ਵਿਅਕਤੀ ਗੱਲ ਕਰਦਾ ਹੈ ਨਾ, ਤੇ ਗੱਲ ਕਰਦੇ ਕਰਦੇ ਉਹਦਾ ਸਿਰ ਹਿੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਸ ਅਵਸਥਾ ਵਿੱਚ ਆਉਣ ਤੋਂ ਪਹਿਲੋਂ ਤੇਰੇ ਕੋਲ ਉਹ ਸਮਾਂ ਹੈ ਜਿਸ ਸਮੇਂ ਦੀ ਤੂੰ ਸੰਭਾਲ ਕਰਨੀ ਆ। ਜੇ ਉਸ ਸਮੇਂ ਦੀ ਸੰਭਾਲ ਨਾ ਕੀਤੀ ਤੇ ਫਿਰ ਇਸ ਅਵਸਥਾ ਵਿੱਚ ਆ ਕੇ ਤੂੰ ਪਰਮਾਤਮਾ ਦਾ ਨਾਮ ਵੀ ਪਿਆਰ ਤੇ ਇਕਾਗਰਤਾ ਦੇ ਨਾਲ ਨਹੀਂ ਲੈ ਸਕਦਾ। ਸਾਹਿਬ ਜੀ ਕਹਿੰਦੇ ਨੇ, ਸਿਰ ਕੰਪਿਓ ਪੱਗ ਡਗਮਗੇ। ਸਿਰ ਕੰਬਣਾ ਸ਼ੁਰੂ ਹੋ ਜਾਂਦਾ ਤੇ ਪੈਰ ਜਿਹੜੇ ਨੇ ਇਹ ਡਾਵਾਂ ਡੋਲ ਹੁੰਦੇ ਨੇ। ਵਿਅਕਤੀ ਚੱਲਦਾ ਸਿੱਧਾ ਹੈ, ਪਰ ਸਿੱਧਾ ਚੱਲਦਾ ਉਹਦੇ ਪੈਰ ਡਾਵਾਂ ਡੋਲ ਹੋ ਜਾਂਦੇ ਨੇ। ਭਾਵ ਇਹ ਕਮਜ਼ੋਰੀ ਦੀ ਅਵਸਥਾ ਦਾ ਜ਼ਿਕਰ ਕੀਤਾ ਕਿ ਜਿੱਥੇ ਜਾ ਕੇ ਜਿਸ ਸਰੀਰ ਦਾ ਬੜਾ ਮਾਣ ਕਰਦਾ ਰਿਹਾ, ਜਿਸ ਸਰੀਰ ਨੂੰ ਸਵਾਰਨ ਵਾਸਤੇ, ਜਿਸ ਸਰੀਰ ਦੀ ਤਾਕਤ ਦੇ ਵਾਸਤੇ ਜੀਵਨ ਦਾ ਬਹੁਤ ਵੱਡਾ ਸਮਾਂ ਲਾ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਹੋਇਆ? ਉਹਦੇ ਨਾਲ ਤੂੰ ਆਪਣੇ ਆਤਮਿਕ ਜੀਵਨ ਦਾ ਕੋਈ ਵੀ ਲਾਭ ਪ੍ਰਾਪਤ ਨਹੀਂ ਕਰ ਸਕਿਆ। ਅੱਜ ਉਹ ਸਮਾਂ ਆ ਗਿਆ, ਸਿਰ ਕੰਬਣਾ ਸ਼ੁਰੂ ਹੋ ਗਿਆ, ਪੈਰ ਡਗਮਗਾਉਂਦੇ ਨੇ, ਪੈਰ ਇੱਧਰ ਉੱਧਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਤੇ ਅਗਲੀ ਗੱਲ, ਨੈਣ ਜੋਤ ਤੇ ਹੀਨ, ਜਿਹੜੀ ਅੱਖਾਂ ਦੀ ਨਜ਼ਰ ਹੈ ਨਾ, ਇਹ ਵੀ ਘਟ ਗਈ। ਹੁਣ ਦੂਰੋਂ ਆਉਂਦਾ ਕੋਈ ਦਿਖਾਈ ਨਹੀਂ ਦਿੰਦਾ। ਤੇ ਕੇਵਲ ਦੂਰ ਦੀ ਗੱਲ ਨਹੀਂ, ਨੇੜ ਤੋਂ ਵੀ ਪੜ੍ਹਨਾ ਹੋਏ ਤੇ ਉਹਨੂੰ ਪੜ੍ਹਨ ਵਾਸਤੇ ਬੜੀ ਮੁਸ਼ਕਲ ਆਉਂਦੀ ਹੈ, ਬੜੀ ਦਿੱਕਤ ਆਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅਵਸਥਾ ਤੇਰੇ ਜੀਵਨ ਦੀ ਬਣ ਗਈ ਹੈ। ਸਤਿਗੁਰਾਂ ਜੀ ਦੀ ਬਾਣੀ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਡੇ ਇਸ ਜੀਵਨ ਦੀ ਅਵਸਥਾ ਨੂੰ 10 ਅਵਸਥਾ ਦੇ ਵਿੱਚ ਵਰਣਨ ਕਰਦੇ ਹੋਏ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭੁੱਲੇ ਹੋਏ ਇਨਸਾਨ ਦੇਖ, ਸਮਾਂ ਸਦਾ ਥਿਰ ਨਹੀਂ ਰਹਿੰਦਾ। ਸਮਾਂ ਆਪਣੀ ਰਫ਼ਤਾਰ ਦੇ ਨਾਲ ਚੱਲਦਾ ਹੈ। ਇਹਨੇ ਚੱਲਦਾ ਰਹਿਣਾ, ਇਸ ਸਮੇਂ ਨੂੰ ਕੋਈ ਡੱਕ ਨਹੀਂ ਸਕਿਆ। ਪਰ ਕੀ ਹੋਇਆ? ਤੂੰ ਆਪਣੇ ਜੀਵਨ ਦੇ ਵਿੱਚ ਤੇਰੀ ਅਵਸਥਾ ਇਸ ਤਰ੍ਹਾਂ ਬਣੀ ਰਹਿੰਦੀ ਹੈ। 10 ਬਾਲਤਨ 20 ਰਵਣ 30 ਕਾ ਸੁੰਦਰ ਕਹਾਵੇ। ਉਮਰ ਦੇ ਪਹਿਲੇ ਜਿਹੜੇ 10 ਸਾਲ ਨੇ ਇਹ ਬਾਲਪਨ ਵਿੱਚ ਗੁਜ਼ਰ ਗਏ ਕਿ ਅਜੇ ਬੱਚਾ ਜੀ, ਅਜੇ ਇਹਨੂੰ ਸਮਝ ਨਹੀਂ ਹੈ, ਇਹ ਨਾਦਾਨ ਹੈ। ਅਗਲੇ ਜਿਹੜੇ 10 ਸਾਲ ਨੇ 20 ਰਵਣ। 20 ਰਵਣ ਤੋਂ ਭਾਵ ਹੈ ਕਿ ਜਦੋਂ ਕਾਮ ਚੇਸ਼ਟਾ ਵਾਲੀ ਅਵਸਥਾ ਆ ਗਈ, ਵਾਸ਼ਨਾ ਦੇ ਵਿੱਚ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। 30 ਕਾ ਸੁੰਦਰ ਕਹਾਵੇ। ਜਦੋਂ 30 ਸਾਲ ਹੋ ਗਏ, 30 ਸਾਲ ਤੱਕ ਆਪਣੇ ਆਪ ਨੂੰ ਤਾਕਤਵਰ ਵੀ ਸਮਝਦਾ ਹੈ, ਸੁੰਦਰ ਵੀ ਸਮਝਦਾ ਹੈ। ਜਵਾਨੀ ਦਾ ਦੌਰ ਹੁੰਦਾ ਹੈ, ਜਵਾਨੀ ਦੀ ਤਾਕਤ ਹੁੰਦੀ ਹੈ। ਇਹ ਦੂਸਰੇ ਨੂੰ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਇਨਸਾਨ ਹੀ ਨਹੀਂ ਸਮਝਦਾ। ਦੂਸਰਿਆਂ ਦੇ ਨਾਲ ਮਜ਼ਾਕ ਕਰਨਾ, ਦੂਸਰਿਆਂ ਦੇ ਨਾਲ ਹੱਸਣਾ ਖੇਡਣਾ, ਇਸ ਬਿਰਤੀ ਦੇ ਨਾਲ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਕਿ ਮੇਰੇ ਵਰਗਾ ਸੁੰਦਰ ਕੋਈ ਨਹੀਂ, ਮੇਰੇ ਵਰਗਾ ਤਾਕਤਵਰ ਕੋਈ ਨਹੀਂ। ਬੜੀ ਪਿਆਰੀ ਗਾਥਾ ਇੱਕ ਆਉਂਦੀ ਹੈ, ਵਿਦਵਾਨਾਂ ਨੇ ਬਿਆਨ ਕੀਤੀ ਹੈ ਕਿ ਇੱਕ ਵਾਰ ਇੱਕ ਬਜ਼ੁਰਗ ਵਿਅਕਤੀ
ਜ਼ਮੀਨ 'ਤੇ ਬੈਠਾ ਹੋਇਆ ਅਤੇ ਕੁਛ ਨੌਜਵਾਨ ਬੱਚੇ ਉਹਦੇ ਕੋਲੋਂ ਦੀ ਮਜ਼ਾਕ ਕਰਕੇ ਨਿਕਲਦੇ ਨੇ ਅਤੇ ਮਜ਼ਾਕ ਕਰਦੇ ਹੋਏ ਪੁੱਛਦੇ ਨੇ, ਬਾਬਾ ਤੇਰਾ ਕੀ ਗਵਾਚਾ ਹੈ? ਤੂੰ ਮਿੱਟੀ ਵਿੱਚ ਹੱਥ ਮਾਰ ਰਿਹਾ ਧਰਤੀ 'ਤੇ, ਤੇਰਾ ਕੀ ਗਵਾਚਾ ਹੈ? ਅਤੇ ਕਹਿੰਦੇ ਉਸ ਬਜ਼ੁਰਗ ਬਾਬੇ ਨੇ ਇਹਨਾਂ ਨੌਜਵਾਨਾਂ ਨੂੰ ਸਮਝਾਉਣ ਵਾਸਤੇ ਇਹ ਗੱਲ ਕਹੀ ਕਿ ਬੱਚਿਓ, ਮੇਰੇ 'ਤੇ ਵੀ ਇੱਕ ਦਿਨ ਤੁਹਾਡੀ ਤਰ੍ਹਾਂ ਜਵਾਨੀ ਆਈ, ਪਰ ਉਹ ਜਵਾਨੀ ਨਹੀਂ ਰਹੀ। ਅੱਜ ਮੈਂ ਬੁਢੇਪੇ ਦੇ ਵਿੱਚ ਆਪਣੀ ਜਵਾਨੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਿੱਖਿਆ ਸੀ ਸਮਝਾਉਣ ਵਾਸਤੇ ਕਿ ਜਵਾਨੀ ਦਾ ਨਸ਼ਾ ਜਿਹੜਾ ਇਹਦੇ ਨਾਲ ਦੂਸਰਿਆਂ ਦੇ ਨਾਲ ਇੱਦਾਂ ਦਾ ਮਜ਼ਾਕ ਕਦੀ ਨਹੀਂ ਕਰਨਾ, ਕਿਉਂਕਿ ਜਵਾਨੀ ਸਦਾ ਟਿੱਕੀ ਰਹਿਣ ਵਾਲੀ ਨਹੀਂ। ਜਿਹੜਾ ਵੀ ਬਾਲ ਅਵਸਥਾ ਵਿੱਚ ਪੈਦਾ ਹੋਇਆ, ਨਾ ਤੇ ਬਾਲਪਨ ਹੀ ਉਹਦੇ 'ਤੇ ਟਿਕਿਆ ਰਹਿਣਾ, ਉਹਨੇ ਜਵਾਨੀ ਵਿੱਚ ਪ੍ਰਵੇਸ਼ ਕਰਨਾ, ਅਤੇ ਜਵਾਨੀ ਨੇ ਵੀ ਸਦਾ ਟਿਕੀ ਨਹੀਂ ਰਹਿਣਾ। ਜਵਾਨੀ ਤੋਂ ਅੱਗੇ ਬੁਢੇਪੇ ਵਿੱਚ ਪ੍ਰਵੇਸ਼ ਹੋਣਾ। ਅਤੇ ਸੱਚ ਗੱਲ ਇਹ ਹੈ ਕਿ ਕਿਸੇ ਦੀ ਕੋਈ ਦਾਅਵੇਦਾਰੀ ਨਹੀਂ। ਇਹ ਨਹੀਂ ਕਿਹਾ ਜਾ ਸਕਦਾ ਕਿ ਜ਼ਰੂਰੀ ਨਹੀਂ ਹਰ ਬਾਲਕ ਨੂੰ ਜਵਾਨੀ ਵਿੱਚ ਪ੍ਰਵੇਸ਼ ਮਿਲੇ। ਬਹੁਤ ਸਾਰੇ ਬਾਲ ਅਵਸਥਾ ਦੇ ਵਿੱਚ ਹੀ ਬਾਲਕਾਂ ਦਾ ਅਕਾਲ ਚਲਾਣਾ ਹੋ ਜਾਂਦਾ। ਫਿਰ ਇਸ ਤੋਂ ਅੱਗੇ ਜਿਹਨੂੰ ਜਵਾਨੀ ਦੇ ਵਿੱਚ ਪ੍ਰਵੇਸ਼ ਮਿਲ ਗਿਆ, ਅਤੇ ਜ਼ਰੂਰੀ ਨਹੀਂ ਆ ਕਿ ਉਹਨੂੰ ਜਿਹੜੀ ਬਜ਼ੁਰਗ ਅਵਸਥਾ ਹੈ, ਬੁਢੇਪਾ, ਉਹਦੇ ਤੱਕ ਉਹ ਪਹੁੰਚੇ। ਬਹੁਤ ਸਾਰੇ ਅਸੀਂ ਨੌਜਵਾਨ ਆਪਣੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਦਾ ਅਕਾਲ ਚਲਾਣਾ ਹੋ ਜਾਂਦਾ, ਉਹਨਾਂ ਨੂੰ ਦੇਖਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਮਝਾਉਂਦੇ ਨੇ, ਉਸ ਬਜ਼ੁਰਗ ਨੇ ਇਸ ਇਸ਼ਾਰਾ ਕਰਕੇ ਉਹਨਾਂ ਨੌਜਵਾਨਾਂ ਨੂੰ ਸਮਝਾਇਆ ਕਿ ਮੈਂ ਆਪਣੀ ਜਵਾਨੀ ਲੱਭਣ ਡਿਆ, ਭਾਵ ਮੇਰੇ 'ਤੇ ਵੀ ਇਹ ਇੱਕ ਦਿਨ ਜਵਾਨੀ ਆਈ ਸੀ, ਅਤੇ ਉਸ ਜਵਾਨੀ ਦੀ ਨਾ ਸੰਭਾਲ ਕਰਨ ਕਰਕੇ ਅੱਜ ਮੇਰੀ ਇਹ ਹਾਲਤ ਬਣੀ ਹੋਈ ਹੈ। ਬੱਚਿਓ, ਇਹ ਜਵਾਨੀ ਦੁਬਾਰਾ ਮਿਲਣ ਵਾਲੀ ਨਹੀਂ, ਦੁਬਾਰਾ ਆਉਣ ਵਾਲੀ ਨਹੀਂ। ਇਹਨੂੰ ਰੰਗ ਤਮਾਸ਼ਿਆਂ ਅਤੇ ਤਾਕਤ ਦੇ ਨਸ਼ੇ ਦੇ ਵਿੱਚ ਮਦਹੋਸ਼ ਹੋ ਕੇ, ਦੂਸਰਿਆਂ ਦਾ ਅਨਾਦਰ ਕਰਕੇ ਅਤੇ ਕਾਮ ਚੇਸ਼ਟਾ ਦੇ ਅਧੀਨ, ਵਾਸਨਾ ਦੇ ਅਧੀਨ ਇਸ ਜੀਵਨ ਨੂੰ ਬਤੀਤ ਕਰਨ ਦੇ ਨਾਲ ਇਸ ਮਨੁੱਖਾ ਜੀਵਨ ਦਾ ਜਿਹੜਾ ਬਹੁਤ ਵੱਡਮੁੱਲਾ ਅਤੇ ਕੀਮਤੀ ਸਮਾਂ ਹੈ, ਉਹ ਅਜਾਈਂ ਗੁਜ਼ਰ ਜਾਂਦਾ, ਜਿਸ ਦਾ ਕਰਕੇ ਇਸ ਮਨੁੱਖਾ ਜੀਵਨ ਦਾ ਆਤਮਿਕ ਜੀਵਨ ਲਈ ਕੋਈ ਵੀ ਲਾਭ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ 10 ਸਾਲ ਗੁਜ਼ਰ ਗਏ ਕਿ ਅਜੇ ਤੇ ਬਾਲਪਨ ਹੈ, ਅਤੇ ਅਗਲੇ 10 ਸਾਲ ਤੋਂ ਮਗਰੋਂ 20 ਸਾਲ ਦੀ ਆਰਜ਼ੂ ਹੋ ਗਈ, ਅਤੇ ਫਿਰ ਕੀ ਹੋਇਆ? ਕਾਮ ਚੇਸ਼ਟਾ ਵਾਲੀ ਅਵਸਥਾ ਜੀਵਨ ਵਿੱਚ ਬਣ ਗਈ। 30 ਕਾ ਸੁੰਦਰ ਕਹਾਵੇ, 30 ਸਾਲ ਦਾ ਹੋਇਆ, ਹੁਣ ਆਪਣੇ ਆਪ ਨੂੰ ਬਹੁਤ ਸੁੰਦਰ ਸਦਵਾਉਂਦਾ ਖਵਾਉਂਦਾ ਹੈ। ਇਹ ਅਵਸਥਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜ਼ਿਕਰ ਕਰਕੇ ਸਾਨੂੰ ਸਮਝਾਇਆ ਹੈ ਕਿ ਭਾਈ ਇਹ ਦੇਖੋ, ਇਹ ਅਵਸਥਾ ਜੀਵਨ ਵਿੱਚ ਆਉਂਦੀ ਹੈ। ਤੇਰੇ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਕੁ ਲੋਕਾਂ 'ਤੇ ਆਈ, ਹੁਣ ਤੇਰੇ ਨਾਲ ਸਾਥ ਕਰਨ ਵਾਲਿਆਂ ਦੇ ਵਿੱਚ ਵੀ ਆਈ, ਅਤੇ ਤੇਰੇ ਤੋਂ ਮਗਰੋਂ ਵੀ ਆਉਣੀ ਆ। ਮਤਾਂ ਕਿਸੇ ਇਸ ਭਰਮ ਭੁਲੇਖੇ ਵਿੱਚ ਬੈਠਾ ਰਹੀਂ ਕਿ ਮੈਂ ਇਸ ਸੰਸਾਰ 'ਤੇ ਟਿਕੇ ਰਹਿਣਾ। ਇਹਨਾਂ ਅਵਸਥਾ ਦੇ ਵਿੱਚੋਂ ਗੁਜ਼ਰਦਾ ਹੋਇਆ ਮਨੁੱਖ ਅਖੀਰ ਨੂੰ ਇੱਕ ਦਿਨ ਉੱਥੇ ਚਲਿਆ ਜਾਂਦਾ, ਜਿਸ ਅਵਸਥਾ 'ਤੇ ਜਾ ਕੇ ਜਿਸ ਸਮਾਜ ਅਤੇ ਪਰਿਵਾਰ ਦੇ ਵਾਸਤੇ ਸਾਰਾ ਜੀਵਨ ਲਾਇਆ, ਜਿਸ ਸੁੰਦਰਤਾ ਅਤੇ ਤਾਕਤ ਦੇ ਨਸ਼ੇ ਦੇ ਵਿੱਚ ਮਦਹੋਸ਼ ਹੋਇਆ, ਇਹਨਾਂ ਨੇ ਜਾ ਕੇ ਉੱਥੇ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਭਾਵ ਕਿ ਜੋ ਸੰਸਾਰ 'ਤੇ ਪੈਦਾ ਹੋਇਆ ਉਹਨੇ ਇੱਕ ਦਿਨ ਚਲੇ ਜਾਣਾ, ਪਰ ਜਾਣ ਤੋਂ ਪਹਿਲੋਂ ਦਾ ਤੇਰੇ ਜੀਵਨ ਦਾ ਇੱਕ ਮਕਸਦ ਹੈ, ਉਸ ਮਕਸਦ ਨੂੰ ਕਦੀ ਨਾ ਭੁੱਲੀ। ਸਤਿਗੁਰੂ ਸਾਹਿਬ ਜੀ ਸਾਡਾ ਮਕਸਦ ਸਾਨੂੰ ਬਾਰ-ਬਾਰ ਯਾਦ ਕਰਾਉਂਦੇ ਨੇ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਾਡੇ ਜੀਵਨ ਦਾ ਮਕਸਦ ਹੈ, ਜਿਸ ਮਕਸਦ ਤੋਂ ਸਤਿਗੁਰੂ ਜੀ ਸਾਨੂੰ ਹਰ ਰੋਜ਼ ਜਾਣੂ ਕਰਾਉਂਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਦੇਖ ਤੇਰੇ ਜੀਵਨ ਦੀਆਂ ਇਹ 10 ਅਵਸਥਾ ਨੇ। ਪਹਿਲੀ ਅਵਸਥਾ ਬਾਲਪਨ ਵਾਲੀ ਹੈ, ਇਹਦੇ ਵਿੱਚ 10 ਸਾਲ ਗੁਜ਼ਰ ਗਏ। ਅਗਲੀ ਅਵਸਥਾ ਜਿਹੜੀ ਹੈ, ਇਹਦੇ ਵਿੱਚ ਕਾਮ ਚੇਸ਼ਟਾ ਪੈਦਾ ਹੋਈ।
ਉਸ ਤੋਂ ਅਗਲੀ ਅਵਸਥਾ ਤੀਸਰੀ ਅਵਸਥਾ ਦੇ ਵਿੱਚ ਸੁੰਦਰਤਾ ਦਾ ਅਹਿਸਾਸ ਹੋਇਆ। ਹਰ ਵਿਅਕਤੀ ਇਸ ਚੀਜ਼ ਦਾ ਅਹਿਸਾਸ ਕਰਦਾ ਹੈ, ਆਪਣੇ ਆਪ ਨੂੰ ਦੂਸਰਿਆਂ ਦੇ ਨਾਲੋਂ ਜ਼ਿਆਦਾ ਸੁੰਦਰ ਸਮਝਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਸ ਤੋਂ ਅਗਲੀ ਅਵਸਥਾ ਹੈ ਨਾ, 40 ਪੁਰ ਹੋਏ। ਪੁਰ ਹੋਏ ਤੋਂ ਭਾਵ ਹੈ ਕਿ ਪੂਰਾ ਹੋ ਗਿਆ। ਪੂਰੇ ਹੋਣ ਤੋਂ ਭਾਵ ਕੀ ਹੈ ਕਿ 40 ਸਾਲ ਦੀ ਉਮਰ ਤੱਕ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਅਵਸਥਾ ਸੀ ਨਾ, ਅੱਗੇ ਨੂੰ ਵੱਧ ਰਹੀ ਸੀ। ਬਾਲਪਣ ਤੋਂ ਸੁੰਦਰਤਾ, ਸੁੰਦਰਤਾ ਤੋਂ ਜਵਾਨੀ ਵਿੱਚ, ਜਵਾਨੀ ਤੋਂ ਅੱਗੇ ਪੂਰਾ ਹੋ ਗਿਆ 40 ਸਾਲ ਤੱਕ। ਕਹਿੰਦੇ ਨੇ ਕਿ ਹੁਣ ਸਾਰੀ ਜੋ ਦੁਨਿਆਵੀ ਵਿਦਿਆ ਸੀ ਤਕਰੀਬਨ 40 ਸਾਲ ਤੱਕ ਹਰ ਵਿਅਕਤੀ ਉਹਨੂੰ ਪੂਰੀ ਕਰ ਲੈਂਦਾ। 40 ਸਾਲ ਦੀ ਉਮਰ ਤੱਕ ਆਤਮਿਕ ਜੀਵਨ ਵਾਲੇ, ਮਾਰਗ ਵਾਲੇ ਪਾਸੇ ਚੱਲਣ ਵਾਲੇ ਆਪਣੇ ਜੀਵਨ ਦੇ ਪੰਧ ਨੂੰ ਮੁਕਾਉਣ ਦਾ ਵੀ ਕੰਮ ਸ਼ੁਰੂ ਕਰ ਦਿੰਦਾ। ਬਹੁਤ ਸਾਰੀ 40 ਸਾਲ ਦੀ ਉਮਰ ਤੱਕ ਵਿਅਕਤੀ ਨੂੰ ਸੰਸਾਰ ਦੀ ਵੀ, ਸਮਾਜ ਦੀ ਵੀ ਔਰ ਧਰਮ ਦੀ ਵੀ ਸਮਝ ਆ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪੁਰ ਹੋਏ, ਇਹਦੀ ਤੀਕ ਆ ਕੇ ਪੂਰਾ ਹੋ ਗਿਆ। ਹੁਣ ਇਹ ਨਹੀਂ ਕਹਿ ਸਕਦਾ ਕਿ ਮੈਂ ਨਾਦਾਨ ਸੀ, ਮੇਰੇ ਵਿੱਚ ਬਾਲਪਣ ਸੀ, ਮੈਨੂੰ ਸਮਝ ਨਹੀਂ ਸੀ, ਮੇਰੇ ਵਿੱਚ ਤਾਕਤ ਨਹੀਂ ਸੀ। ਕਿਸੇ ਵੀ ਪ੍ਰਕਾਰ ਸਤਿਗੁਰੂ ਜੀ ਕਹਿੰਦੇ 40 ਸਾਲ ਦੀ ਉਮਰ ਤੱਕ ਹਰ ਪੱਖ ਤੋਂ ਪੂਰਾ ਹੋ ਗਿਆ। ਇਹ ਵੱਖਰੀ ਗੱਲ ਹੈ ਅਸੀਂ ਆਪਣੇ ਆਤਮਿਕ ਜੀਵਨ ਵਾਸਤੇ ਇਸ ਮਾਰਗ ਤੇ ਚੱਲੀਏ ਜਾਂ ਨਾ ਚੱਲੀਏ, ਪਰ ਸਿਆਣਪ ਵਾਲੀ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀਤਾ ਕਿ ਇਸ ਅਵਸਥਾ ਵਿੱਚ ਆ ਕੇ 40 ਪੁਰ ਹੋਏ, ਪੂਰਾ ਹੋ ਗਿਆ। ਤੇ ਫਿਰ ਅਗਲੀ ਗੱਲ 85 ਪੱਗ ਖਿੱਸੇ। ਜਦੋਂ 50 ਸਾਲ ਦਾ ਹੋਇਆ ਤੇ ਫਿਰ ਕੀ ਹੋਇਆ, ਪੱਗ ਖਿੱਸੇ। 40 ਤੋਂ 50 ਸਾਲ ਦਾ ਜਿਹੜਾ ਸਫ਼ਰ ਹੈ, ਅੱਜ ਵੀ ਮੈਡੀਕਲ ਸਾਇੰਸ ਵੀ ਕਹਿੰਦੀ ਆ ਕਿ ਜਦੋਂ 40 ਸਾਲ ਦੀ ਉਮਰ ਹੋ ਗਈ ਨਾ, ਵਿਅਕਤੀ ਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ। ਖਾਣ ਪੀਣ ਦਾ ਉਹਨੂੰ ਸੰਯਮ ਕਰਨਾ ਚਾਹੀਦਾ, ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ, ਤਾਂ ਕਿ ਹੁਣ 40 ਸਾਲ ਤੋਂ ਉੱਪਰਲੀ ਜਿਹੜੀ ਉਮਰ ਹੋ ਗਈ ਹੈ ਨਾ, ਪੱਗ ਖਿੱਸੇ ਤੋਂ ਭਾਵ ਹੈ ਕਿ ਹੁਣ ਉਸ ਜਵਾਨੀ ਤੋਂ ਪਿੱਛੇ ਵਾਲੇ ਪਾਸੇ ਨੂੰ ਖਿਸਕਣਾ ਸ਼ੁਰੂ ਹੋ ਗਿਆ। ਕਮਜ਼ੋਰੀ ਵਾਲਾ ਪੱਖ ਚੱਲ ਪਿਆ, ਸਰੀਰ ਨੇ ਵੀ ਕਮਜ਼ੋਰ ਹੋਣਾ ਸ਼ੁਰੂ ਕਰ ਦਿੱਤਾ। 60 ਕੇ ਬੁਢੇਪਾ ਆਵੇ ਤੇ ਅੱਗੇ ਫਿਰ 60 ਸਾਲ ਦੀ ਉਮਰ ਹੋ ਗਈ, ਬੁਢੇਪਾ ਆ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਵੇਸ ਆਹ ਤੇਰੇ ਜੀਵਨ ਦੀਆਂ ਅਵਸਥਾ ਨੇ। ਇਹਨਾਂ ਸਾਰੀਆਂ ਅਵਸਥਾ ਦੇ ਵਿੱਚ ਗੁਜ਼ਰਦਾ ਹੋਇਆ ਵਿਅਕਤੀ ਆਪਣਾ ਜੀਵਨ ਬਤੀਤ ਕਰਦਾ। 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ 70 ਸਾਲ ਦਾ ਹੋ ਗਿਆ ਤੇ ਆਪਾਂ ਕਹਿ ਦਿੰਦੇ ਆ, ਵੇਖੋ ਸਰਕਾਰਾਂ ਦੇ ਵਿੱਚ ਵੀ 58 ਸਾਲ ਜਾਂ 60 ਸਾਲ ਦੀ ਉਮਰ ਤੋਂ ਮਗਰੋਂ ਕਹਿ ਦਿੱਤਾ ਜਾਂਦਾ ਕਿ ਇਹਦੀ ਰਿਟਾਇਰਮੈਂਟ ਦੇ ਯੋਗ ਹੋ ਗਿਆ। ਪਰ ਕਿਉਂ ਕਿ ਹੁਣ ਜੋ ਇਹ ਜਵਾਨੀ ਵੇਲੇ ਤਾਕਤ ਦੇ ਨਾਲ, ਸਮਝਦਾਰੀ ਦੇ ਨਾਲ ਕੰਮ ਕਰ ਸਕਦਾ ਸੀ, ਸ਼ਾਇਦ ਉਸ ਤਰੀਕੇ ਦੇ ਨਾਲ ਨਾ ਕਰ ਸਕੇ, ਉਹਨੂੰ ਰਿਜ਼ਰਵੇਸ਼ਨ ਦੇ ਵਿੱਚ ਲੈ ਆਂਦਾ, ਰਿਟਾਇਰਮੈਂਟ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ 70 ਸਾਲ ਦਾ ਹੋ ਗਿਆ, ਫਿਰ ਉਹ ਜਿਹੜੀ ਯਾਦਦਾਸ਼ਤ ਹੈ, ਮੈਮਰੀ ਹੈ, ਜਿਹੜੀ ਸੋਚ ਹੈ, ਉਹਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। 80 ਕਾ ਵਿਵਹਾਰ ਨਾ ਪਾਵੇ, ਸਰੀਰ ਕਮਜ਼ੋਰ ਹੋ ਗਿਆ ਤੇ ਬਹੁਤ ਸਾਰੇ ਆਪਣੇ ਜੀਵਨ ਦੇ ਕੰਮ ਹੈ ਜਿਹੜੇ ਜਵਾਨੀ ਵੇਲੇ ਭੱਜ ਨੱਠ ਕੇ ਕਰਦਾ ਸੀ, ਹੁਣ ਇਹਦੇ ਕੋਲ ਨਹੀਂ ਹੁੰਦੇ। ਬੁਢੇਪਾ ਆ ਗਿਆ, ਹੁਣ ਤੇ ਪ੍ਰਸ਼ਾਦਾ ਛਕਣ ਵਾਸਤੇ ਵੀ ਬੜੇ ਆਰਾਮ ਦੇ ਨਾਲ ਛਕਣਾ ਪੈਂਦਾ, ਕਾਹਲੀ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਇਹ ਤੇਰੇ ਜੀਵਨ ਦੀ ਅਵਸਥਾ ਹੈ। ਤੇ ਅਗਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ 9 ਕਾ ਸੇ ਜਾਸਨੀ, 90 ਸਾਲ ਦੀ ਉਮਰ ਦੇ ਵਿੱਚ ਹੁਣ ਤੇ ਬਸ ਮੰਜੇ ਤੇ ਰਹਿੰਦਾ ਹੈ। ਮੂਲ ਨਾ ਜਾਣੇ ਆਪ ਬਲ, ਹੁਣ ਸਰੀਰ ਦੇ ਵਿੱਚ ਉਹ ਤਾਕਤ ਨਹੀਂ ਰਹੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਢੁੰਡੋਲਣ ਢੂੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਧੌਲ ਹਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਦੇਖ ਲਿਆ, ਢੂੰਡ ਲਿਆ ਕਿ ਸੱਚ ਗੱਲ ਇਹ ਆ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਮਾਨੋ ਚਿੱਟਾ ਮੰਦਰ ਹੈ।
ਸਫੇਦ ਮੰਦਰ ਹੈ, ਦੇਖਣ ਵਾਸਤੇ ਬੜਾ ਸੋਹਣਾ ਲੱਗਦਾ ਹੈ। ਅਸਲ ਦੇ ਵਿੱਚ ਧੂਏ ਕਾ ਧੌਲਹਾਰ, ਇਹ ਸੰਸਾਰ ਜਿਹੜਾ ਨਾ ਧੂਏ ਦਾ ਹੀ ਬਣਿਆ ਹੋਇਆ ਹੈ, ਧੂਏ ਦੀ ਨਿਆਈ ਆ, ਜਿਹੜਾ ਟਿਕਿਆ ਰਹਿਣ ਵਾਲਾ ਨਹੀਂ ਆ। ਤੂੰ ਕਿਹੜੇ ਭੁਲੇਖੇ ਵਿੱਚ ਪਿਆ ਹੋਇਆ ਹੈ। ਇਸੇ ਨੂੰ ਭਗਤ ਜੀ ਕਹਿੰਦੇ ਨੇ ਕਿ ਇਹ ਸੰਸਾਰ ਤੇ ਤੂੰ ਭਰਮ ਵਿੱਚ ਪਿਆ ਹੋਇਆ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਆਣਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਅਸਲ ਦੇ ਵਿੱਚ ਇਸ ਭਰਮ ਦੇ ਵਿੱਚ ਅਸੀਂ ਸੁੱਤੇ ਹੋਏ ਹਾਂ, ਭੁਲੇਖੇ ਵਿੱਚ ਹਾਂ। ਹਰ ਵਿਅਕਤੀ ਇਹ ਸੋਚਦਾ ਹੈ ਕਿ ਇਹ ਮੇਰਾ ਪੱਕਾ ਟਿਕਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤੇਰਾ ਪੱਕਾ ਟਿਕਾਣਾ ਨਹੀਂ। ਇੱਥੇ ਜਿਹੜਾ ਵੀ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਏ। ਜਿਹੜਾ ਵੀ ਇੱਥੇ ਜਨਮ ਲੈ ਕੇ ਆਇਆ ਉਹਨੇ ਇੱਕ ਦਿਨ ਜਾਣਾ ਹੈ, ਤੇ ਜਾਣ ਤੋਂ ਪਹਿਲੋਂ ਤੇਰੇ ਵਾਸਤੇ ਪਰਮੇਸ਼ਰ ਨੇ ਤੈਨੂੰ ਕਿਸੇ ਕੰਮ ਵਾਸਤੇ ਭੇਜਿਆ। ਜਿਸ ਕੇ ਜੀ ਪ੍ਰਾਣ ਹੈ, ਜਿਸ ਮਾਲਕ ਨੇ ਤੈਨੂੰ ਇਹ ਸੁੰਦਰ ਜੀਵਨ ਦਿੱਤਾ, ਪ੍ਰਾਣ ਦਿੱਤੇ ਨੇ, ਸਵਾਸ ਦਿੱਤੇ ਨੇ, ਕਹਿੰਦੇ ਉਸ ਮਾਲਕ ਨੂੰ ਜ਼ਰੂਰ ਯਾਦ ਰੱਖ, ਕਿਉਂਕਿ ਸਵਾਸ ਦਾ ਕੋਈ ਪਤਾ ਨਹੀਂ, ਇੱਕ ਆਇਆ ਅਗਲਾ ਆਵੇ ਕਿ ਨਾ ਆਵੇ। ਸਤਿਗੁਰੂ ਜੀ ਕਹਿੰਦੇ ਨੇ ਸਰੀਰ ਕਮਜ਼ੋਰ ਹੋ ਗਿਆ, ਸਿਰ ਕੰਪਿਓ ਪੱਗ ਡਗਮਗੇ। ਸਿਰ ਕੰਬਣਾ ਸ਼ੁਰੂ ਹੋ ਗਿਆ, ਪੈਰ ਥਿੜਕਣੇ ਸ਼ੁਰੂ ਹੋ ਗਏ। ਨੈਣ ਜੋਤ ਤੇ ਹੀਣ, ਅੱਖਾਂ ਦੀ ਜਿਹੜੀ ਜੋਤ ਸੀ ਇਹਦੇ ਨਾਲ ਵੀ ਦਿਖਣਾ ਮੱਧਮ ਹੋ ਗਿਆ। ਭਗਤ ਭੀਖਨ ਜੀ ਦਾ ਇੱਕ ਬੜਾ ਪਿਆਰਾ ਬਚਨ, ਆਪਾਂ ਜਦੋਂ ਉਹਦੀ ਵੀ ਨਾਲ ਵਿਚਾਰ ਕਰਾਂਗੇ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਇਹ ਬਚਨ ਸਮਝਣ ਵਿੱਚ ਸਾਨੂੰ ਹੋਰ ਆਸਾਨੀ ਹੋਏਗੀ। ਕਿਉਂਕਿ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੀ ਸ਼ਬਦ ਦੇ ਨਾਲ ਹੀ ਵਿਆਖਿਆ ਕਰਕੇ ਸਾਨੂੰ ਸਮਝਣ ਵਾਸਤੇ ਬੜੀ ਆਸਾਨੀ ਕੀਤੀ ਆ। ਭਗਤ ਭੀਖਨ ਜੀ ਕਹਿੰਦੇ ਨੇ ਕਿ ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਰਾਮ ਰਾਏ ਹੋਏ ਬੈਦ ਬਰਵਾਰੀ, ਆਪਣੇ ਸੰਤੇ ਲਿਹੋ ਉਬਾਰੀ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ, ਐਸੀ ਵੇਦਨ ਉਪਜ ਖਰੀ, ਭਾਈ ਵਾਕਾ ਔਖਦ ਨਾਹੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੇ ਜਨ ਭੀਖਨ, ਪਾਵ ਮੋਖ ਦਵਾਰਾ। ਭਗਤ ਭੀਖਨ ਜੀ ਵੀ ਇਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਦੋਂ ਉਮਰ ਵੱਡੀ ਹੋ ਗਈ, ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ, ਸਰੀਰ ਜਿਹੜਾ ਇਹ ਕਮਜ਼ੋਰ ਹੋ ਗਿਆ, ਜਿਹੜੇ ਕੇਸ ਸਨ ਇਹ ਸਫੇਦ ਹੋ ਗਏ। ਅਸਲ ਦੇ ਵਿੱਚ ਇਹ ਅਵਸਥਾ ਜਿਹੜੀ ਹੈ ਇਹ ਸਾਡੇ ਵਾਸਤੇ ਸਿਆਣੇ ਕਹਿੰਦੇ ਨੇ ਕਿ ਜੇ ਸਮਝਣਾ ਚਾਹੀਏ, ਜਿਵੇਂ ਉੱਠਣ ਵਾਸਤੇ ਆਪਾਂ ਅਲਾਰਮ ਲਾਉਂਦੇ ਹਾਂ ਨਾ ਘੜੀ ਦਾ, ਅੱਜ ਕੱਲ੍ਹ ਮੋਬਾਈਲ ਫੋਨ ਆ ਗਏ, ਆਪਾਂ ਮੋਬਾਈਲ 'ਤੇ ਅਲਾਰਮ ਲਾ ਲੈਂਦੇ ਹਾਂ ਜਿੰਨੇ ਵਜੇ ਉੱਠਣਾ, ਤੇ ਜਿੰਨੇ ਵਜੇ ਦਾ ਅਲਾਰਮ ਲਾਇਆ ਉਨੇ ਟਾਈਮ 'ਤੇ ਅਲਾਰਮ ਨੇ ਵੱਜਣਾ, ਆਵਾਜ਼ ਆਉਣੀ ਆ। ਹੁਣ ਅਲਾਰਮ ਨੂੰ ਸੁਣ ਕੇ ਉੱਠੀਏ ਜਾਂ ਨਾ ਉੱਠੀਏ, ਘੜੀ ਦਾ ਕੋਈ ਦੋਸ਼ ਨਹੀਂ ਆ, ਮੋਬਾਈਲ ਦਾ ਕੋਈ ਦੋਸ਼ ਨਹੀਂ ਹੈ, ਉਹਨੇ ਸਮੇਂ 'ਤੇ ਆਵਾਜ਼ ਦਿੱਤੀ ਆ। ਅਲਾਰਮ ਲਾਇਆ ਸੀ ਉੱਠਣ ਵਾਸਤੇ ਕਿ ਮੈਂ ਲੇਟ ਨਾ ਹੋ ਜਾ, ਜਿੱਥੇ ਵੀ ਜਾਣਾ ਮੈਂ ਸਮੇਂ ਦੇ ਨਾਲ ਪਹੁੰਚ ਸਕਾਂ। ਅਲਾਰਮ ਵੱਜਿਆ, ਪਰ ਅਲਾਰਮ ਦੀ ਆਵਾਜ਼ ਸੁਣ ਕੇ ਤੇ ਫਿਰ ਸੌਂ ਗਿਆ, ਤੇ ਹੋਏਗਾ ਕਿ ਜਿਹੜਾ ਵੀ ਉਹਨੇ ਆਪਣਾ ਕੋਈ ਟਾਈਮ ਟੇਬਲ ਉਲੀਕਿਆ ਸੀ, ਉਹ ਕਿਸੇ ਵੀ ਜਗ੍ਹਾ ਕਿਸੇ ਵੀ ਕੰਮ ਲਈ ਸਮੇਂ 'ਤੇ ਨਹੀਂ ਪਹੁੰਚ ਪਾਏਗਾ, ਲੇਟ ਹੋ ਜਾਏਗਾ। ਇਸੇ ਤਰ੍ਹਾਂ ਅਸਲ ਦੇ ਵਿੱਚ ਇਹ ਸਾਡੇ ਜਿਹੜੀ ਜੀਵਨ ਦੀ ਅਵਸਥਾ ਹੈ ਨਾ, ਭਏ ਕੇਸ ਦੁੱਧਵਾਨੀ, ਜਦੋਂ ਕੇਸ ਜਿਹੜੇ ਨੇ ਸਫੇਦ ਹੋਣੇ ਸ਼ੁਰੂ ਹੁੰਦੇ ਨੇ ਨਾ, ਅਸਲ ਦੇ ਵਿੱਚ ਇਹ ਵੀ ਸਾਡੇ ਵਾਸਤੇ ਇੱਕ ਅਲਾਰਮ ਹੈ, ਪਰਮੇਸ਼ਰ ਦਾ ਦਿੱਤਾ ਹੋਇਆ ਇੱਕ ਅਲਾਰਮ ਹੈ ਕਿ ਦੇਖ ਬੰਦਿਆ, ਨਾ ਤੇ ਤੇਰੇ ਵਿੱਚ ਬਾਲਪਨ ਰਿਹਾ ਤੇ ਨਾ
ਹੁਣ ਜਵਾਨੀ ਜਿਹੜੀ ਆ ਉਹ ਹੀ ਰਹੀ ਆ। 40 ਸੀ ਪੁਰ ਹੋਏ ਵਾਲਾ ਅਵਸਥਾ ਆ ਗਈ, 85 ਪੱਗ ਖਿਸੇ ਵਾਲੀ ਅਵਸਥਾ ਆ ਗਈ ਕਿ ਹੁਣ ਜਿਹੜਾ ਸਰੀਰ ਹੈ ਤੇਰਾ ਇਹ ਢਲਣਾ ਸ਼ੁਰੂ ਹੋ ਗਿਆ। ਪਹਿਲੋਂ ਇਹਦੇ ਵਿੱਚ ਤਾਕਤ ਆ ਰਹੀ ਸੀ, ਹੁਣ ਇਹ ਤੇਰਾ ਸਰੀਰ ਜਿਹੜਾ ਢਲਣਾ ਸ਼ੁਰੂ ਹੋ ਗਿਆ। ਅਲਾਰਮ ਹੈ ਕਿ ਅੱਗੇ ਵਾਲੇ ਸਮੇਂ ਦਾ ਪਤਾ ਕੋਈ ਨਹੀਂ, ਸਮਾਂ ਨਿਸ਼ਚਿਤ ਕੋਈ ਨਹੀਂ। ਸਾਡੇ ਇਸ ਸੰਸਾਰ ਤੋਂ ਜਾਣ ਦਾ ਜੇ ਸਮਾਂ ਨਿਸ਼ਚਿਤ ਹੈ ਤੇ ਇਹ ਕੇਵਲ ਅਕਾਲ ਪੁਰਖ ਪਰਮਾਤਮਾ ਨੂੰ ਪਤਾ ਹੈ, ਜਿਨ੍ਹੇ ਸਾਡੇ ਜਾਣ ਦਾ ਸਮਾਂ ਨਿਸ਼ਚਿਤ ਕੀਤਾ ਹੈ। ਉਸ ਤੋਂ ਬਿਨਾਂ ਸਾਡੇ ਵਿੱਚੋਂ ਕੋਈ ਵੀ ਨਹੀਂ ਇਹ ਜਾਣਦਾ ਕਿ ਮੇਰੇ ਜਾਣ ਦਾ ਕਿਹੜਾ ਸਮਾਂ, ਮੈਂ ਕਦੋਂ ਜਾਣਾ, ਮੈਂ ਕਿੱਥੇ ਕਿਹੜੀ ਜਗ੍ਹਾ 'ਤੇ ਜਾ ਕੇ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਤੇਰੇ ਵਾਸਤੇ ਅਲਾਰਮ ਹੈ ਕਿ ਹੁਣ ਤੱਕ ਦਾ ਸਮਾਂ ਤੇਰਾ ਇਹ ਅਵਸਥਾ ਦੇ ਵਿੱਚ ਬਤੀਤ ਹੋ ਗਿਆ, ਹੁਣ ਪੂਰਾ ਹੋ ਗਿਆ। ਹੁਣ ਸਰੀਰ ਦੀ ਅਵਸਥਾ ਜਿਹੜੀ ਹੈ ਇਹ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਜੇ ਅਜੇ ਤੱਕ ਤੂੰ ਕੋਈ ਜੀਵਨ ਦਾ ਚੰਗਾ ਕਰਮ ਨਹੀਂ ਕੀਤਾ, ਅਜੇ ਤੱਕ ਜੀਵਨ ਵਿੱਚ ਧਰਮ ਨੂੰ ਨਹੀਂ ਕਮਾਇਆ, ਪਰਮਾਤਮਾ ਦੇ ਗੁਣ ਨਹੀਂ ਗਾਏ, ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ, ਤੇ ਜੇ ਮੈਂ ਇਹ ਬੇਨਤੀ ਕਰਾਂ ਗੁਰੂ ਪਿਆਰਿਓ, ਜਿਵੇਂ ਸਿੰਘ ਸਾਹਿਬ ਜੀ ਕਹਿ ਰਹੇ ਸਨ, ਜਿਵੇਂ ਹਰ ਐਤਵਾਰ ਇੱਥੇ ਦਿਨ ਦੇ 11 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ, ਔਰ ਹਰ ਰੋਜ਼ ਆਵਾਜ਼ ਦਿੱਤੀ ਜਾਂਦੀ ਹੈ ਕਿ ਭਾਈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਸਮੇਂ ਸਿਰ ਪਹੁੰਚ ਕੇ ਕੇਸ਼ੀ ਇਸ਼ਨਾਨ ਕਰਕੇ ਅੰਮ੍ਰਿਤ ਛਕੋ। ਇਹ ਹਰ ਰੋਜ਼ ਸਾਡੇ ਵਾਸਤੇ ਅਲਾਰਮ ਹੈ। ਗੁਰੂ ਘਰ ਵਿੱਚੋਂ ਆਵਾਜ਼ ਆਉਂਦੀ ਆ ਕਿ ਮੇਰੇ ਜੀਵਨ ਦਾ ਇੰਨਾ ਸਮਾਂ ਬਤੀਤ ਹੋ ਗਿਆ, ਮੈਂ ਅਜੇ ਤੱਕ ਗੁਰੂ ਵਾਲਾ ਹੀ ਨਹੀਂ ਬਣਿਆ। ਦੇਖੋ, ਜੇ ਅਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦੇਵਾਂਗੇ ਤੇ ਇਹਦਾ ਕੋਈ ਵੀ ਸਾਡੇ ਜੀਵਨ 'ਤੇ ਅਸਰ ਨਹੀਂ ਹੋਣਾ, ਕੋਈ ਵੀ ਸਾਨੂੰ ਲਾਭ ਪ੍ਰਾਪਤ ਨਹੀਂ ਹੋਣਾ। ਆਵਾਜ਼ ਤੇ ਹਰ ਰੋਜ਼ ਆ ਰਹੀ ਆ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਅਸੀਂ ਸੁਣੀ ਜਾਈਏ, ਰੋਜ਼ ਸੁਣੀ ਜਾਈਏ ਕਿ ਨਗੁਰੇ ਕਾ ਹੈ ਨਾਉ ਬੁਰਾ, ਤੇ ਸਾਡੇ ਮਨ ਵਿੱਚ ਇਹ ਚੇਸ਼ਟਾ ਹੀ ਪੈਦਾ ਨਾ ਹੋਏ, ਸਾਡੇ ਮਨ ਵਿੱਚ ਇਸ ਗੱਲ ਦੀ ਵਿਚਾਰ ਹੀ ਨਾ ਆਏ ਕਿ ਮੇਰੀ ਜੀਵਨ ਦਾ ਇੰਨਾ ਸਮਾਂ ਬਤੀਤ ਹੋ ਗਿਆ ਤੇ ਮੈਂ ਅਜੇ ਤੱਕ ਨਗੁਰਾ ਹੀ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਇਹ ਘਟਨਾ ਆਪਾਂ ਬਾਰ-ਬਾਰ ਸੁਣਦੇ ਹਾਂ, ਵਿਚਾਰ ਕਰਦੇ ਹਾਂ। ਕਾਰਨ ਕੀ ਹੈ? ਘਟਨਾ ਤੇ ਉਹ ਹੀ ਹੈ। ਘਟਨਾ ਦੇ ਪਿੱਛੇ ਜਿਹੜਾ ਤੱਥ ਹੈ, ਘਟਨਾ ਦੇ ਨਾਲ ਜਿਹੜੀ ਸਿੱਖਿਆ ਹੈ, ਜਿੰਨਾ ਚਿਰ ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਅਮਲ ਵਿੱਚ ਨਹੀਂ ਲਿਆਵਾਂਗੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੰਨ ਵਿੱਚ ਆਵਾਜ਼ ਪਈ ਕਿ ਨਗੁਰੇ ਦਾ ਸਾਥ ਹੋ ਗਿਆ, ਮੇਰੇ ਜਿੰਨੇ ਵੀ ਧਰਮ ਦੇ ਕਰਮ ਕੀਤੇ ਹੋਏ ਨੇ ਅਜਾਈ ਚਲੇ ਗਏ। ਇਸ ਆਵਾਜ਼ ਨੇ ਬੜਾ ਬੇਚੈਨ ਕਰਤਾ। ਧਰਮ ਦੇ ਕਰਮ ਤੇ ਕਰ ਰਹੇ ਸਨ, ਸੇਵਾ ਤੋਂ ਦੇਖ ਕੇ ਬੜਾ ਪ੍ਰਭਾਵਿਤ ਸੀ ਸਾਧੂ, ਪਰ ਜਦੋਂ ਇਹ ਗੱਲ ਪੁੱਛੀ ਕਿ ਤੁਹਾਡਾ ਗੁਰੂ ਕੌਣ ਹੈ, ਤੇ ਬਾਬਾ ਅਮਰਦਾਸ ਜੀ ਨੇ ਇਹ ਗੱਲ ਕਹੀ ਸੀ ਨਾ ਕਿ ਮੈਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਗੁਰੂ ਦੀ ਭਾਲ ਵਿੱਚ। ਬਸ ਇਹ ਆਵਾਜ਼ ਸੁਣੀ ਤੇ ਸਾਧੂ ਨਾਰਾਜ਼ ਹੋ ਕੇ ਚਲਿਆ ਗਿਆ। ਸਾਧੂ ਦਾ ਚਲਿਆ ਜਾਣਾ ਔਰ ਇਹ ਬੋਲ ਕਿ ਨਗੁਰੇ ਦਾ ਸਾਥ ਹੋ ਗਿਆ। ਜਿੰਨਾ ਚਿਰ ਗੁਰੂ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਚਲੇ ਨਹੀਂ ਗਏ, ਤੇ ਕੇਵਲ ਗਏ ਨਹੀਂ, ਅਸੀਂ ਵੀ ਤਾਂ ਗੁਰੂ ਚਰਨਾਂ ਵਿੱਚ ਹਰ ਰੋਜ਼ ਆਉਂਦੇ ਹਾਂ। ਗੁਰੂ ਕਿਰਪਾ ਕਰੇ, ਮੁਬਾਰਕ ਸਾਡੇ ਜੀਵਨ ਵਿੱਚ ਇਹ ਸਮਾਂ ਬਣਿਆ, ਅਸੀਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਏ, ਪਰ ਹਾਜ਼ਰੀ ਭਰ ਕੇ ਚਲੇ ਜਾਈਏ, ਜੋ ਗੁਰੂ ਕਹਿ ਰਿਹਾ ਉਸ ਗੱਲ ਨੂੰ ਮੰਨੀਏ ਹੀ ਨਾ। ਬਾਬਾ ਅਮਰਦਾਸ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਨਹੀਂ ਗਏ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ, ਤਰਲਾ ਕੀਤਾ ਕਿ ਮੈਂ ਗੁਰੂ ਵਾਲਾ ਬਣਨ ਵਾਸਤੇ ਆਇਆ, ਮੈਂ ਮੱਥਾ ਟੇਕ ਕੇ ਚਲਿਆ ਜਾਣ ਵਾਸਤੇ ਨਹੀਂ ਆਇਆ, ਨਾ ਮੈਂ ਰਿਸ਼ਤੇਦਾਰੀ ਦਾ ਕਰਕੇ ਆਇਆ, ਮੈਂ ਗੁਰੂ ਵਾਲਾ ਬਣਨ ਵਾਸਤੇ ਆਇਆ। ਗੁਰੂ ਵਾਲਾ ਨਾ ਹੋਣਾ ਜੀਵਨ ਵਾਸਤੇ ਕਿੰਨਾ ਵੱਡਾ ਕਲੰਕ ਹੈ। ਮੈਂ ਇਸ ਕਲੰਕ ਨੂੰ ਧੋਣ ਵਾਸਤੇ ਆਇਆ
ਤੇ ਮੇਰੇ ਤੇ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ। ਤੇ ਫਿਰ ਜਿਹੜੀ ਗੁਰੂ ਘਰ ਦੀ ਮਰਿਆਦਾ ਸੀ, ਉਸ ਮਰਿਆਦਾ ਅਨੁਸਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਪਹਿਲੇ ਜਾਮੇ ਤੋਂ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਤੱਕ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਸਤੇ ਚਰਨ ਪੌਲ ਦਿੱਤੀ ਜਾਂਦੀ ਸੀ। ਫਿਰ ਉਹ ਗੁਰੂ ਦਾ ਸਿੱਖ ਬਣਦਾ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਤੇ ਉਸ ਚਰਨ ਪੌਲ ਨੂੰ ਖੰਡੇ ਦੀ ਪੌਲ ਦਾ ਨਾਮ ਦਿੱਤਾ। ਮਰਿਆਦਾ ਤੇ ਉਹੀ ਆ, ਮਰਿਆਦਾ ਵਿੱਚ ਕੋਈ ਤਬਦੀਲੀ ਨਹੀਂ। ਪਹਿਲੋਂ ਵੀ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਸਤੇ, ਸਿੱਖ ਬਣਨ ਵਾਸਤੇ, ਗੁਰੂ ਵਾਲਾ ਬਣਨ ਵਾਸਤੇ ਚਰਨ ਪੌਲ ਲਈ ਜਾਂਦੀ ਸੀ। ਅੱਜ ਵੀ ਸਾਨੂੰ ਸਿੱਖੀ ਵਿੱਚ ਪ੍ਰਵੇਸ਼ ਕਰਨ ਵਾਸਤੇ, ਗੁਰੂ ਵਾਲਾ ਬਣਨ ਵਾਸਤੇ ਸਾਡੀ ਮਰਿਆਦਾ ਹੈ ਕਿ ਨਾਮ ਧਰੀਕ ਪੰਜ ਪਿਆਰਿਆਂ ਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਖੰਡੇ ਬਾਟੇ ਦੀ ਪੌਲ ਲੈਣੀ ਆ, ਜਿਹਨੂੰ ਆਪਾਂ ਅੰਮ੍ਰਿਤ ਛਕਣਾ ਕਹਿੰਦੇ ਹਾਂ। ਹੁਣ ਇਹਨੂੰ ਸਮਝੀਏ ਜਾਂ ਨਾ ਸਮਝੀਏ ਕਿ ਅਸੀਂ ਗੁਰੂ ਵਾਲੇ ਬਣਨਾ ਜਾਂ ਨਹੀਂ ਬਣਨਾ। ਵੇਖੋ, ਸੁਣਦੇ ਤੇ ਰੋਜ਼ ਹੈ ਨਾ, ਰੋਜ਼ ਆਵਾਜ਼ਾਂ ਕੰਨਾਂ ਵਿੱਚ ਪੈਂਦੀਆਂ ਕਿ ਅੰਮ੍ਰਿਤ ਛਕੋ ਸਿੰਘ ਸੱਜੋ। ਕਦੀ ਅਸੀਂ ਆਪਣੇ ਜੀਵਨ ਵਿੱਚ ਇਹ ਵਿਚਾਰ ਹੀ ਨਾ ਕਰੀਏ ਕਿ ਮੇਰੇ ਜੀਵਨ ਦਾ ਇੰਨਾ ਸਮਾਂ ਗੁਜ਼ਰ ਗਿਆ, ਮੈਂ ਅਜੇ ਤੱਕ ਗੁਰੂ ਵਾਲਾ ਹੀ ਨਹੀਂ ਬਣਿਆ, ਮੈਨੂੰ ਗੁਰੂ ਵਾਲਾ ਬਣਨਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿੰਨਾ ਸਮਾਂ ਬਤੀਤ ਹੋ ਗਿਆ, ਇਹ ਤਾਂ ਸਾਡੀ ਗਿਣਤੀ ਵਿੱਚ ਆ ਕਿ ਇੰਨੇ ਸਾਲ ਮੇਰੀ ਉਮਰ ਬਤੀਤ ਹੋ ਗਈ, ਕਿਉਂਕਿ ਹਰ ਸਾਲ ਅਸੀਂ ਜਨਮ ਦਿਨ ਮਨਾਉਂਦੇ ਹਾਂ, ਗਿਣਤੀ ਕਰਦੇ ਇੰਨੇ ਸਾਲ ਗੁਜ਼ਰ ਗਏ। ਪਰ ਅਗਲੇ ਸਮੇਂ ਦੀ ਕੋਈ ਸੀਮਾ ਨਹੀਂ ਕਿ ਕਦੋਂ ਤੱਕ ਹੈ, ਨਿਸ਼ਚਿਤ ਨਹੀਂ। ਕਿਤੇ ਇਹਨਾਂ ਜਨਮ ਦਿਨਾਂ ਨੂੰ, ਇਹਨਾਂ ਬਰਥਡਿਆਂ ਨੂੰ ਇਸ ਪਾਸੇ ਲੈ ਕੇ ਸੋਚਣ ਦੀ ਕੋਸ਼ਿਸ਼ ਕਰੀਏ ਕਿ ਇੰਨੇ ਬਰਥਡੇ ਮਨਾ ਲਏ, ਇੰਨੇ ਜਨਮ ਦਿਨ ਮਨਾ ਲਏ ਆ, ਕਿ ਇੰਨੇ ਸਾਲਾਂ ਵਿੱਚ ਮੈਂ ਜਿਸ ਕਾਰਜ ਵਾਸਤੇ ਇਹ ਮੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਉਹ ਕੀਤਾ। ਇੰਨੇ ਸਾਲਾਂ ਵਿੱਚ ਮੈਂ ਹੋਰ ਤੇ ਕੀ, ਮੈਂ ਗੁਰੂ ਵਾਲਾ ਹੀ ਨਹੀਂ ਬਣਿਆ, ਮੈਂ ਅੰਮ੍ਰਿਤ ਪਾਨ ਹੀ ਨਹੀਂ ਕੀਤਾ, ਅੰਮ੍ਰਿਤ ਨਹੀਂ ਛਕਿਆ, ਤੇ ਕਾਹਦੇ ਮੈਂ ਆਪਣੇ ਜਨਮ ਦਿਨ ਮਨਾ ਕੇ ਗਿਣਤੀਆਂ ਕਰੀ ਜਾ ਰਿਹਾ ਕਿ ਇੰਨੇ ਸਾਲ ਹੋ ਗਏ ਆ, ਬੜਾ ਸੁੱਖ ਦਾ ਸਮਾਂ ਬਤੀਤ ਹੋਇਆ। ਗੁਰੂ ਕਿਰਪਾ ਕਰੇ ਭਾਈ, ਤੇਰੇ ਜੀਵਨ ਵਿੱਚ ਸਦਾ ਸੁੱਖ ਬਣੇ ਰਹਿਣ। ਗੁਰੂ ਦੀ ਰਹਿਮਤ ਵਰਤੇ ਸਾਡੇ ਸਾਰਿਆਂ ਤੇ, ਸਾਡੇ ਜੀਵਨ ਵਿੱਚ ਕਦੀ ਵੀ ਦੁੱਖ ਸੰਤਾਪ ਸਾਨੂੰ ਤੰਗ ਨਾ ਕਰਨ। ਪਰ ਇਸ ਤੋਂ ਇਹ ਭਾਵ ਨਹੀਂ ਕਿ ਜੇ ਸਾਡੇ ਜੀਵਨ ਵਿੱਚ ਸੁੱਖ ਬਣਿਆ ਤੇ ਅਸੀਂ ਗੁਰੂ ਵਾਲੇ ਨਹੀਂ ਬਣਨਾ। ਇਹ ਵਿਚਾਰ ਕਰਨੀ ਆ ਕਿ ਇੰਨਾ ਸਮਾਂ ਜੀਵਨ ਦਾ ਬਤੀਤ ਹੋ ਗਿਆ, 85 ਪੱਖ ਹਿੱਸੇ ਹੁਣ ਤੇ ਪਿਛਲੇ ਪਾਸੇ ਨੂੰ ਜਾਣੇ ਸ਼ੁਰੂ ਹੋ ਗਏ, 60 ਕੇ ਬੁਢੇਪਾ ਆਏ, ਬਜ਼ੁਰਗੀ ਆਉਣੀ ਸ਼ੁਰੂ ਹੋ ਗਈ। ਭਏ ਕੇਸ ਦੁੱਧਵਾਨੀ, ਅਲਾਰਮ ਮੈਂ ਬੇਨਤੀ ਕਰ ਰਿਹਾ ਸੀ, ਚਿੱਟੇ ਕੇਸ ਹੋਣੇ ਸ਼ੁਰੂ ਹੋ ਗਏ। ਗੁਰੂ ਪਿਆਰਿਓ, ਇਹਨਾਂ ਚਿੱਟੇ ਕੇਸਾਂ ਨੂੰ, ਅਲਾਰਮ ਨੂੰ, ਘੜੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੀਏ। ਆਪਾਂ ਘੜੀ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਘੜੀ ਨੇ ਅਲਾਰਮ ਦਿੱਤਾ ਕਿ ਆਹ ਸਮਾਂ ਹੋ ਗਿਆ, ਉੱਠ, ਸੁੱਤਾ ਪਿਆ ਹੈ, ਮਦਹੋਸ਼ ਹੋ ਕੇ ਮਾਇਆ ਦੀ ਨੀਂਦ ਵਿੱਚ ਉੱਠ। ਤੇ ਇਹ ਜਿਹੜੇ ਸਫੇਦ ਕੇਸ ਨੇ ਨਾ ਗੁਰੂ ਪਿਆਰਿਓ, ਇਹ ਵੀ ਸਾਡੇ ਵਾਸਤੇ ਅਲਾਰਮ ਹੈ। ਅਸੀਂ ਘੜੀਆਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਫੇਦ ਕੇਸ ਰਹਿਣ ਨਹੀਂ ਦੇਣੇ। ਜਦੋਂ ਅਸੀਂ ਅੰਮ੍ਰਿਤ ਛਕਦੇ, ਅੰਮ੍ਰਿਤ ਪਾਨ ਕਰਦੇ ਹਾਂ, ਤੇ ਜਿਹੜੀਆਂ 4 ਬੱਜਰ ਕ੍ਰੈਤਾਂ ਨੇ, ਉਹਨਾਂ 4 ਬੱਜਰ ਕ੍ਰੈਤਾਂ ਦੇ ਵਿੱਚ ਇਹ ਇੱਕ ਬੱਜਰ ਕ੍ਰੈਤ ਹੈ, ਕੇਸਾਂ ਦੀ ਬੇਅਦਬੀ ਕਰਨੀ। ਇਹ ਬੇਅਦਬੀ 'ਚ ਆਉਂਦਾ। ਜਦੋਂ ਅਸੀਂ ਕੇਸਾਂ ਨੂੰ ਕੱਟਦੇ ਹਾਂ, ਕੇਸਾਂ ਨੂੰ ਰੰਗਦੇ ਹਾਂ, ਕੇਸਾਂ ਨੂੰ ਪੁੱਟਦੇ ਹਾਂ, ਕਈ ਮੋਮਬੱਤੀਆਂ ਦੇ ਨਾਲ ਸਾੜਦੇ ਵੀ ਆ। ਕਿਸੇ ਵੀ ਪ੍ਰਕਾਰ ਜੋ ਪਰਮਾਤਮਾ ਨੇ ਸਰੂਪ ਦਿੱਤਾ ਨਾ ਗੁਰੂ ਪਿਆਰਿਓ, ਜੋ ਪਰਮੇਸ਼ਰ ਨੇ ਸਰੂਪ ਦਿੱਤਾ ਹੈ ਸਾਨੂੰ, ਉਸ ਸਰੂਪ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਕਰਨੀ। ਔਰ ਸਭ ਤੋਂ ਜ਼ਿਆਦਾ ਛੇੜਛਾੜ ਅਸੀਂ ਕੇਸਾਂ ਦੇ ਨਾਲ ਕਰਦੇ ਹਾਂ। ਪਰਮੇਸ਼ਰ ਨੇ ਸਾਡੇ ਲਈ ਇਹ ਅਲਾਰਮ ਦਿੱਤੇ ਨੇ, ਭਏ ਕੇਸ ਦੁੱਧਵਾਨੀ, ਸਫੇਦ ਕੇਸ ਹੋਏ, ਭਗਤ ਭੀਖਨ ਜੀ ਕਹਿੰਦੇ ਨੇ। ਇਹ ਤੇ ਅਲਾਰਮ ਹੈ ਕਿ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ,
ਤੂੰ ਅਲਾਰਮ ਦੀ ਆਵਾਜ਼ ਸੁਣਨ ਦੀ ਬਜਾਏ ਘੜੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰ। ਤੂੰ ਉਸ ਅਲਾਰਮ ਦੇ ਨਾਲ ਜਾਗ, ਸੁਚੇਤ ਹੋ, ਉੱਠ ਕਿ ਇਹ ਮੇਰੇ ਵਾਸਤੇ ਅਲਾਰਮ ਹੈ। ਸਫੇਦ ਆਉਣੇ ਸ਼ੁਰੂ ਹੋ ਗਏ ਆ ਤੇ ਮੈਂ ਅੱਜ ਤੱਕ ਜਿਸ ਕਾਰਜ ਵਾਸਤੇ ਆਇਆ ਸੀ, ਗੋਬਿੰਦ ਮਿਲ ਕੇ ਤੇਰੀ ਬਰੀਆ ਵਾਲਾ ਕਾਰਜ, ਉਸ ਕਾਰਜ ਨੂੰ ਸਫਲ ਬਣਾਉਣ ਵਾਸਤੇ ਮੈਂ ਉਸ ਮਾਰਗ ਤੇ ਕੋਈ ਕਦਮ ਵੀ ਰੱਖਿਆ? ਜੇ ਨਹੀਂ ਰੱਖਿਆ ਤੇ ਅੱਜ ਤੋਂ ਮੈਂ ਆਪਣਾ ਕਦਮ ਉਸ ਮਾਰਗ ਤੇ ਚੱਲ ਕੇ ਮੰਜ਼ਿਲ ਤੱਕ ਪਹੁੰਚਣ ਵਾਸਤੇ ਰੱਖਣਾ ਹੈ। ਫਿਰ ਤੇ ਸਾਡਾ ਕਿਹਾ, ਸੁਣਿਆ, ਵਿਚਾਰਿਆ ਸਾਰਿਆਂ ਦਾ ਸਫਲ ਹੋ ਗਿਆ। ਤੇ ਜੇ ਕਹਿਣ ਵਾਲਾ ਵੀ ਕਹੀ ਜਾਂਦਾ ਤੇ ਉਹਦੇ ਜੀਵਨ ਵਿੱਚ ਵੀ ਕੋਈ ਤਬਦੀਲੀ ਨਹੀਂ, ਸੁਣਨ ਵਾਲਾ ਵੀ ਸੁਣੀ ਜਾਂਦਾ, ਉਹਦੇ ਜੀਵਨ ਵਿੱਚ ਵੀ ਕੋਈ ਤਬਦੀਲੀ ਨਹੀਂ, ਤੇ ਫਿਰ ਕਹਿਣ ਦਾ ਵੀ ਕੀ ਲਾਭ ਹੋਇਆ ਤੇ ਸੁਣਨ ਦਾ ਵੀ ਕੀ ਲਾਭ ਹੋਇਆ? ਗੁਰੂ ਪਿਆਰਿਓ, ਅਸੀਂ ਤੇ ਇੱਥੇ ਗੁਰੂ ਚਰਨਾਂ ਵਿੱਚ ਲਾਭ ਲੈਣ ਵਾਸਤੇ ਆਉਣਾ, ਇੱਥੇ ਕੋਈ ਰਸਮ ਥੋੜ੍ਹੀ ਕਰਨ ਆਉਣਾ, ਇਹ ਕੋਈ ਵਿਹਾਰ ਨਹੀਂ ਹੈ। ਇੱਥੇ ਤੇ ਗੁਰੂ ਦਾ ਦਰ ਤੇ ਆ ਕੇ ਅਸੀਂ ਜੀਵਨ ਦਾ ਲਾਭ ਪ੍ਰਾਪਤ ਕਰਨਾ। ਤੇ ਲਾਭ ਪ੍ਰਾਪਤ ਕਿਵੇਂ ਹੋਵੇਗਾ? ਜਿਵੇਂ ਜੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਲਿਆਵਾਂਗੇ। ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਹੁਣ ਗਲਾ ਵੀ ਰੁੱਧਾ, ਭਰ ਗਿਆ, ਰੁਕ ਗਿਆ। ਜਿੱਦਾਂ ਆਪਾਂ ਕਹਿ ਦਿੰਦੇ ਨਾ, ਕਫ ਆ ਗਈ, ਬਜ਼ੁਰਗੀ ਦੇ ਵਿੱਚ ਖਾਂਸੀ ਲੱਗੀ ਰਹਿੰਦੀ ਆ, ਖੰਗਾਲਦਾ ਰਹਿੰਦਾ ਗਲੇ ਨੂੰ। ਪਦ ਭੀਖਣ ਜੀ ਕਹਿੰਦੇ ਹੁਣ ਕੀ ਕਰੇਂਗਾ? ਹੁਣ ਤੇ ਤੇਰਾ ਗਲਾ ਵੀ ਸਾਥ ਨਹੀਂ ਦੇ ਰਿਹਾ, ਸ਼ਬਦ ਬੋਲਿਆ ਹੀ ਨਹੀਂ ਜਾ ਰਿਹਾ। ਪਰ ਕਹਿੰਦੇ ਰਾਮ ਰਾਏ ਹੋਏ ਵੈਦ ਬਨਵਾਰੀ। ਉਹ ਵਾਹਿਗੁਰੂ ਪਰਮਾਤਮਾ ਜੇ ਉਹ ਆਪ ਵੈਦ ਬਣੇ, ਉਹ ਕਰਦਾ ਕੀ ਆ? ਆਪਣੇ ਸੰਤਾਂ ਲਿਓ ਉਬਾਰੀ। ਉਹ ਫਿਰ ਆਪਣੇ ਪਿਆਰਿਆਂ ਨੂੰ, ਉਹਨਾਂ ਦਾ ਆਪ ਹੀ ਜੀਵਨ ਸੋਹਣਾ ਬਣਾ ਦਿੰਦਾ। ਜੇ ਵੈਦ ਉਹ ਬਣੇ ਤੇ ਜੇ ਉਸ ਵੈਦ ਨੂੰ ਅਸੀਂ ਆਪਣੇ ਰੋਗ ਵਾਸਤੇ ਵੈਦ ਬਣਾ ਲਈਏ, ਉਹ ਤੇ ਵੈਦ ਹੈ ਪਰ ਅਸੀਂ ਉਹਨੂੰ ਵੈਦ ਨਹੀਂ ਮੰਨਦੇ, ਸਾਡਾ ਉਹਦੇ ਤੇ ਭਰੋਸਾ ਨਹੀਂ। ਭਗਤ ਜੀ ਕਹਿੰਦੇ ਹਨ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ। ਮੱਥਾ ਵੀ ਦੁਖਦਾ, ਸਰੀਰ ਦੇ ਵਿੱਚ ਜਲਨ ਹੋ ਰਹੀ ਹੈ, ਕਲੇਜੇ ਦੇ ਵਿੱਚ ਵੀ ਪੀੜਾ ਉੱਠ ਰਹੀ ਹੈ। ਐਸੀ ਵੇਦਨ ਉਪਜ ਖਰੀ ਭਾਈ ਵਾਕਾ ਔਖਦ ਨਾਈ। ਇਹ ਹੁਣ ਉਹ ਅਵਸਥਾ ਆ ਗਈ ਜਿੱਥੇ ਜਾ ਕੇ ਇਲਾਜ ਹੀ ਕੋਈ ਨਹੀਂ। ਸਿਰ ਕੰਬ ਰਿਹਾ, ਕਿਵੇਂ ਹਟੇਗਾ? ਸਰੀਰ ਕਮਜ਼ੋਰ ਹੋ ਗਿਆ, ਨੈਣਾ ਜੋ ਵਿੱਚੋਂ ਪਾਣੀ ਚੱਲ ਰਿਹਾ, ਜੋਤ ਘਟ ਗਈ, ਕੰਠ ਜਿਹੜਾ ਇਹ ਭਰ ਗਿਆ, ਹੁਣ ਇਹ ਬੋਲਦਾ ਹੀ ਨਹੀਂ, ਸ਼ਬਦ ਦੀ ਸਮਝ ਨਹੀਂ ਆਉਂਦੀ। ਮੱਥਾ ਦਰਦ ਦੇ ਨਾਲ ਭਰਿਆ, ਸਰੀਰ ਦੇ ਵਿੱਚ ਜਲਨ ਹੋ ਰਹੀ ਆ, ਕਲੇਜੇ ਦੇ ਵਿੱਚ ਪੀੜਾ ਨਿਕਲ ਰਹੀ ਹੈ। ਕਹਿੰਦੇ ਹੁਣ ਐਸੀ ਅਵਸਥਾ ਹੋ ਗਈ ਜਿਹਦਾ ਇਲਾਜ ਹੀ ਕੋਈ ਨਹੀਂ, ਜਿੱਥੇ ਵਾਹਿਗੁਰੂ ਆਖਿਆ ਨਹੀਂ ਜਾਂਦਾ, ਪੀੜਾ ਦੇ ਨਾਲ, ਤਕਲੀਫ ਦੇ ਨਾਲ ਤੇ ਉਸਲ ਵੱਟੀਆਂ ਲੈਂਦਾ। ਇਸੇ ਨੂੰ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਕਿ ਆਖਣ ਔਖਾ ਸਾਚਾ ਨਾਉ। ਆਖਣ ਔਖਾ ਸਾਚਾ ਨਾਉ ਕੀ ਹੈ ਜੀ? ਇਹ ਨਹੀਂ ਕਿ ਸਾਚਾ ਨਾਉ ਵਾਹਿਗੁਰੂ ਆਖਣਾ ਬੜਾ ਔਖਾ, ਪਰ ਸੱਚ ਗੱਲ ਹੈ ਸਾਨੂੰ ਆਖਣਾ ਬੜਾ ਔਖਾ ਲੱਗਦਾ। ਅਸੀਂ ਹੋਰ ਬਹੁਤ ਗੱਲਾਂ ਕਰਾਂਗੇ। ਇੱਕ ਵਿਅਕਤੀ ਖਲੋਤਾ ਜੀ ਕਰੇ 2 ਘੰਟੇ ਬੋਲੀ ਜਾਏ, ਦੂਜਿਆਂ ਦੀ ਵਾਰੀ ਨਹੀਂ ਆਉਣ ਦਿੰਦਾ। ਪਰ ਜਦੋਂ ਸਿਮਰਨ ਦੀ ਗੱਲ ਆਏ, ਵਾਹਿਗੁਰੂ ਦੇ ਜਾਪ ਦੀ ਗੱਲ ਆਏ, ਤੇ ਉਹ ਜੋ ਉਦੋਂ ਹਜੇ ਕੁਝ ਹੀ ਪਲ ਸਿਮਰਨ ਕੀਤਾ ਹੋਏ ਤੇ ਉੱਠ ਕੇ ਤੁਰਨਾ ਸ਼ੁਰੂ ਕਰ ਦਿੰਦਾ। ਆ ਆਖਣਾ ਔਖਾ, ਆਖਣਾ ਬੜਾ ਔਖਾ ਲੱਗਦਾ ਹੈ ਸਾਚਾ ਨਾਉ, ਕਿਉਂਕਿ ਕੂੜ ਬੜਾ ਚੰਗਾ ਲੱਗਦਾ, ਬੋਲੀ ਜਾਂਦਾ, ਮੇਰੇ ਵਰਗਾ ਹਰ ਵਿਅਕਤੀ ਬੋਲੀ ਜਾਂਦਾ। ਅਸਲ ਦੇ ਵਿੱਚ ਗੁਰੂ ਪਿਆਰਿਓ, ਦੂਸਰੇ ਨੂੰ ਸਮਝਾਉਣਾ ਬੜਾ ਸੌਖਾ ਲੱਗਦਾ, ਆਪਣੇ ਆਪੇ ਨੂੰ ਸਮਝਣਾ ਬੜਾ ਔਖਾ ਲੱਗਦਾ। ਸੱਚ ਗੱਲ ਹੈ ਵੀ ਔਖਾ। ਮੈਂ ਇੱਥੇ ਬੈਠਾ ਦੂਸਰੇ ਨੂੰ ਸਮਝਾਉਣ ਵਾਸਤੇ ਪ੍ਰਮਾਣ ਵੀ ਦੇਵਾਂਗਾ, ਗੁਰਮਤਿ ਦੀਆਂ ਗੱਲਾਂ ਵੀ ਕਰਾਂਗਾ, ਗੁਰੂ ਇਤਿਹਾਸ ਵਿੱਚੋਂ ਵੀ ਗੱਲਾਂ ਕਰਾਂਗਾ। ਸਾਰਾ ਕੁਝ ਕਹਿਣ ਦੇ ਬਾਵਜੂਦ ਜੇ ਉਹਨਾਂ ਗੱਲਾਂ ਨੂੰ ਮੈਂ ਆਪਣੇ ਜੀਵਨ ਵਿੱਚ ਨਹੀਂ ਵਿਚਾਰਦਾ,
ਸੁਣਨ ਵਾਲੇ ਤੇ ਹੋ ਸਕਦਾ ਬਹੁਤ ਲਾਭ ਲੈ ਜਾਣ, ਸੁਣਨ ਵਾਲੇ ਲੈ ਜਾਂਦੇ ਆ, ਤੇ ਕਈ ਵਾਰੀ ਕਹਿਣ ਵਾਲਾ ਲਾਭ ਪ੍ਰਾਪਤ ਕਰਨ ਤੋਂ ਵਾਂਝਾ ਹੀ ਰਹਿ ਜਾਂਦਾ, ਕਿਉਂਕਿ ਉਹਦੇ ਜੀਵਨ ਵਿੱਚ ਬਣਿਆ ਰਹਿੰਦਾ ਕਿ ਮੈਂ ਸ਼ਾਇਦ ਦੂਜੇ ਨੂੰ ਸਮਝਾਉਣ ਵਾਸਤੇ ਆਇਆ। ਗੁਰੂ ਦੀ ਬਾਣੀ ਦਾ ਫੈਸਲਾ ਇੰਨਾ ਵਧੀਆ ਕਿ ਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਸਾਰਿਆਂ ਦੇ ਵਾਸਤੇ ਆ, ਸਾਡੇ ਸਾਰਿਆਂ ਦੇ ਵਾਸਤੇ, ਪੜ੍ਹਨ ਵਾਲੇ ਵਾਸਤੇ ਵੀ, ਸੁਣਨ ਵਾਲੇ ਵਾਸਤੇ ਵੀ, ਗਾਉਣ ਵਾਲੇ ਵਾਸਤੇ ਵੀ, ਵਿਚਾਰਨ ਵਾਲੇ ਵਾਸਤੇ ਵੀ। ਇਹ ਸਾਡੇ ਸਾਰਿਆਂ ਦਾ ਨਿੱਜੀ ਫਰਜ਼ ਬਣ ਜਾਂਦਾ ਹੈ ਕਿ ਜੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਆਪਣੇ ਜੀਵਨ ਵਿੱਚ ਸਮਝ ਕੇ ਕਮਾਉਣ ਦੀ ਕੋਸ਼ਿਸ਼ ਕਰੀਏ। ਤੇ ਭਗਤ ਜੀ ਕਹਿੰਦੇ ਨੇ ਹੁਣ ਇੱਦਾਂ ਦੀ ਹਾਲਤ ਹੋ ਗਈ ਕਿ ਹੁਣ ਭਗਤੀ ਕਰਨੀ ਵੀ ਚਾਹੇ ਤੇ ਸਰੀਰ ਸਾਥ ਨਹੀਂ ਦੇਣ ਡਿਆ। ਹੁਣ ਨਾ ਤੇ ਚੌਂਕੜੀ ਵੱਜਦੀ ਆ, ਨਾ ਰਸਨਾ ਤੋਂ ਵਾਹਿਗੁਰੂ ਸ਼ਬਦ ਹੀ ਨਿਕਲ ਰਿਹਾ, ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ, ਵਾਰ-ਵਾਰ ਪੂੰਝਣਾ ਪੈਂਦਾ, ਕੰਠ ਗਲਾ ਜਿਹੜਾ ਭਰਿਆ ਪਿਆ ਕਫ ਦੇ ਨਾਲ, ਬਾਰ-ਬਾਰ ਖੰਘਾਰ ਆਉਂਦੇ ਨੇ, ਟਿਕਾ ਹੀ ਨਹੀਂ ਬਣ ਰਿਹਾ। ਤੇ ਅਸਲ ਦੇ ਵਿੱਚ ਪਰਮਾਤਮਾ ਦੀ ਇਬਾਦਤ ਦਾ ਤੇ ਤਰੀਕਾ ਹੀ ਇਹ ਆ, ਸਾਹਿਬ ਜੀ ਕਹਿੰਦੇ ਨੇ ਸਾਵਧਾਨੀ ਹੋਣੀ ਚਾਹੀਦੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਤੇ ਜਦੋਂ ਇਕਾਗਰਤਾ ਹੀ ਨਹੀਂ ਬਣੀ, ਪੀੜਾ ਸਤਾ ਰਹੀ ਹੈ, ਤੇ ਜਿਹੜੇ ਸਮੇਂ ਇਕਾਗਰਤਾ ਬਣਨੀ ਸੀ ਉਦੋਂ ਇਸ ਪਾਸੇ ਹੀ ਨਾ ਚੱਲਿਆ। ਭਗਤ ਜੀ ਕਹਿੰਦੇ ਨੇ ਹੁਣ ਇਹਦਾ ਇਲਾਜ ਕੀ ਕੀਤਾ ਜਾਏ। ਇਹ ਤੇ ਅਵਸਥਾ ਹੀ ਉਹ ਬਣ ਗਈ ਆ ਜਿੱਥੇ ਇਹ ਪੀੜਾ ਦਾ ਕਰਕੇ ਟਿਕਾ ਹੀ ਨਹੀਂ ਬਣ ਰਿਹਾ, ਡਰ ਬਣਿਆ ਹੋਇਆ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ। ਸਮਾਂ ਤੇ ਅੱਗੇ ਦੇਖ ਹੀ ਰਿਹਾ ਹੁੰਦਾ ਨਾ ਗੁਰੂ ਪਿਆਰਿਓ, ਮੰਨੀਏ ਜਾਂ ਨਾ ਮੰਨੀਏ, ਅੱਗੇ ਦਿਖ ਰਿਹਾ ਸਾਨੂੰ ਕਿ ਮੈਂ ਕੀ ਕੀਤਾ, ਕੀ ਕਰਨਾ ਸੀ, ਜੇ ਨਹੀਂ ਕੀਤਾ ਤੇ ਅੱਗੇ ਇਹਦਾ ਰਿਜ਼ਲਟ ਕੀ ਨਿਕਲਣ ਵਾਲਾ। ਜੀਵਨ ਦੇ ਸਾਰੇ ਕਰਮ ਆਪਾਂ ਇਸੇ ਕਰਕੇ ਚੰਗੇ ਕਰਦੇ ਹਾਂ ਨਾ ਕਿ ਜਿਹੜਾ ਅਗਲਾ ਸਾਡਾ ਸੁਧਰਿਆ ਰਹੇ। ਅਸਲ ਦੇ ਵਿੱਚ ਇਹੀ ਤੇ ਸਾਡਾ ਜੀਵਨ ਹੈ। ਪਿਛਲੇ ਕਰਮਾਂ ਦਾ ਕਰਕੇ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ, ਤੇ ਗੁਰਮਤਿ ਦੇ ਵਿੱਚ ਪਿਛੋਕੜ ਨੂੰ ਛੱਡ ਕੇ ਪ੍ਰੈਜੈਂਟ ਤੇ ਸਾਰਾ ਜ਼ੋਰ ਦਿੱਤਾ ਗਿਆ। ਪਿਛੋਕੜ ਦੇ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰਖ ਜੋਇਓ। ਇਹ ਤੇ ਪਿਛੋਕੜ ਹੈ ਨਾ, ਬੀਤ ਚੁੱਕਾ। ਪ੍ਰੈਜੈਂਟ ਕੀ ਹੈ? ਇਹ ਜਿਹੜਾ ਮਨੁੱਖਾ ਜਨਮ ਹੈ, ਅਸਲ ਦੇ ਵਿੱਚ ਫਿਊਚਰ ਉਹਨਾਂ ਦਾ ਹੀ ਬ੍ਰਾਈਟ ਹੁੰਦਾ, ਭਵਿੱਖ ਉਹਨਾਂ ਦਾ ਹੀ ਸੋਹਣਾ ਬਣਦਾ ਜਿਨ੍ਹਾਂ ਨੇ ਵਰਤਮਾਨ ਦੀ, ਪ੍ਰੈਜੈਂਟ ਦੀ ਸੰਭਾਲ ਕੀਤੀ ਹੈ। ਇਹ ਮਨੁੱਖਾ ਜਨਮ ਸਾਡਾ ਵਰਤਮਾਨ ਹੈ, ਤੇ ਇਹਦੇ ਵਿੱਚ ਅਸੀਂ ਸੰਭਾਲ ਕਰਨੀ ਆ। ਜਿਹੜੀ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ ਵਾਲਾ ਕਾਰਜ ਹੈ, ਇਹਨੂੰ ਸਵਾਰਨ ਵਾਸਤੇ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮਾਤਮਾ ਦੇ ਗੁਣ ਗਾਉਣੇ ਨੇ, ਜੀਵਨ ਦਾ ਕਰਮ ਚੰਗਾ ਕਰਨਾ। ਇਸ ਗੱਲ ਨੂੰ ਧਿਆਨ ਦੇ ਨਾਲ ਸਮਝਣਾ। ਪਰਮਾਤਮਾ ਦੇ ਗੁਣ ਗਾਉਣੇ ਨੇ, ਤੇ ਗੁਣ ਗਾਉਂਦਿਆਂ ਨਾਲ ਆਪਣੇ ਜੀਵਨ ਦਾ ਕਰਮ ਚੰਗਾ ਕਰਨਾ। ਕਈ ਵਾਰੀ ਅਸੀਂ ਇਹ ਸਮਝ ਬੈਠੇ ਹਾਂ ਕਿ ਬੈਠਦੇ ਹਾਂ ਕਿ ਮੈਂ ਤੇ ਅੰਮ੍ਰਿਤ ਵੇਲੇ ਇੰਨੇ ਵਜੇ ਉੱਠਿਆ, ਇੰਨੀਆਂ ਬਾਣੀਆਂ ਦਾ ਮੈਂ ਹਰ ਰੋਜ਼ ਨੇਮ ਕਰਦਾ, ਚੰਗੀ ਗੱਲ, ਮੁਬਾਰਕ, ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਸਦਾ ਬਣਿਆ ਰਹੇ। ਪਰ ਉਸ ਤੋਂ ਮਗਰੋਂ ਜਿਹੜੇ ਬਾਕੀ ਦਾ ਸਮਾਂ ਸਾਰਾ ਦਿਨ, ਇਸ ਤੋਂ ਇਹ ਭਾਵ ਨਹੀਂ ਕਿ ਤੂੰ ਜੀਵਨ ਦੇ ਕਰਮ ਜਿਹੜੇ ਮਰਜ਼ੀ ਕਰੀ ਜਾ, ਇਹ ਤੈਨੂੰ ਸਰਟੀਫਿਕੇਟ ਮਿਲ ਗਿਆ ਕਿ ਤੂੰ ਅੰਮ੍ਰਿਤ ਵੇਲਾ ਸੰਭਾਲ ਲਿਆ ਤੇ ਬਾਕੀ ਸਾਰਾ ਦਿਨ ਜੋ ਮਰਜ਼ੀ ਕੂੜ ਦੇ ਕੰਮ ਕਰੀ ਜਾ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਜੀਵਨ ਦਾ ਕਰਮ ਵੀ ਸੋਹਣਾ ਕਰਨਾ। ਜੇ ਕਰਮ ਗੋਬਿੰਦ ਦੇ ਗੁਣ ਤੇ ਇਸੇ ਕਰਕੇ ਗਾਉਣੇ ਨੇ ਨਾ ਕਿ ਉਹਦੇ ਗੁਣ ਗਾਉਂਦੇ ਗਾਉਂਦਿਆਂ ਉਹਦੇ ਗੁਣ ਸਾਡੇ ਜੀਵਨ ਵਿੱਚ ਵਰਤਣ, ਤੇ ਉਹਦੇ ਗੁਣਾਂ ਦੀ ਬਰਕਤ ਦੇ ਨਾਲ ਸਾਡੇ ਜੀਵਨ ਦਾ ਕਰਮ ਸਵਰ ਜਾਏ, ਅਸੀਂ ਜੀਵਨ ਦਾ ਕਰਮ ਸੋਹਣਾ ਕਰੀਏ। ਤੇ ਭਗਤ ਜੀ ਕਹਿੰਦੇ ਨੇ ਜੇ ਨਹੀਂ ਸਮੇਂ ਦੀ ਸੰਭਾਲ ਕੀਤੀ ਤੇ ਫਿਰ ਅਵਸਥਾ ਇਹ ਬਣ ਗਈ ਜਿੱਥੇ ਜਾ ਕੇ ਬੋਲਿਆ ਵੀ ਨਹੀਂ ਜਾਂਦਾ, ਇਕਾਗਰਤਾ ਵੀ ਨਹੀਂ ਬਣਦੀ, ਸਾਵਧਾਨਤਾ ਵੀ ਨਹੀਂ ਬਣਦੀ, ਫਿਰ ਤੈਨੂੰ ਤੇਰੇ ਜੀਵਨ ਦਾ ਕੋਈ ਲਾਭ ਪ੍ਰਾਪਤ ਨਹੀਂ ਹੋਏਗਾ। ਸਾਹਿਬ ਜੀ ਕਹਿ ਰਹੇ ਨੇ, ਕਹੋ ਨਾਨਕ ਇਹ ਬਿਦ ਭਾਈ ਤਉ ਨਾ ਹਰ ਰਸ ਲੀਨ। ਇਸ ਅਵਸਥਾ 'ਤੇ ਵੀ ਆ ਕੇ ਆਪਾਂ ਦੇਖਦੇ ਹੀ ਹਾਂ, ਵਿਅਕਤੀ ਬਜ਼ੁਰਗ ਹੋ ਕੇ ਵੀ ਇਸ ਪਾਸੇ ਚੱਲਣ ਦੀ ਬਜਾਏ ਅਜੇ ਵੀ ਮਾਇਆ ਦੇ ਲੋਭ ਤੇ ਲਾਲਚ ਵਿੱਚ ਚੱਟਿਆ ਪਿਆ, ਅਜੇ ਵੀ ਕਹਿੰਦਾ ਮੈਂ ਆਹ ਕਰਦਾ, ਮੈਂ ਆਹ ਕਰਦਾ,
ਅਜੇ ਵੀ ਮੈਂ ਇੰਨਾ ਹੋਰ ਬੈਂਕ ਬੈਲੈਂਸ ਆਪਣੇ ਪਰਿਵਾਰ ਲਈ ਕਰ ਜਾ, ਆ ਵੀ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਅਜੇ ਵੀ ਤੂੰ ਇਸ ਦੇਹ ਅਧਿਆਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ। ਇਸ ਗੱਲ ਨੂੰ ਸਮਝਣਾ ਕਰ। ਇਹ ਅਵਸਥਾ ਤੇਰੀ ਕਿੱਥੋਂ ਚੱਲਿਆ ਸੀ? ਬਾਲਪਨ ਤੋਂ ਚੱਲਿਆ ਸੀ। ਜਵਾਨੀ ਪੂਰਾ ਹੋ ਗਿਆ, ਅੱਗੇ ਪਿੱਛੇ ਨੂੰ ਪੱਗ ਖਿਸਕਣਾ ਸ਼ੁਰੂ ਹੋ ਗਿਆ, ਬੁਢੇਪਾ ਆ ਗਿਆ, ਤੇ ਬੁਢੇਪੇ ਵਿੱਚ ਆ ਕੇ ਵੀ ਇਸ ਅਵਸਥਾ ਤੇ ਵੀ ਅਜੇ ਵੀ ਤੂੰ ਦੇਹ ਅਧਿਆਸ ਦੇ ਪਿਆਰ ਵਿੱਚ, ਮਾਇਆ ਦੇ ਮੋਹ ਵਿੱਚ ਅਟਿਆ ਪਿਆ। ਅਜੇ ਵੀ ਸੁਚੇਤ ਹੋ, ਜਾਗਣਾ ਕਰ। ਅਗਲੀ ਗੱਲ ਸਤਿਗੁਰੂ ਜੀ ਕਹਿੰਦੇ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਜ ਕਰ, ਆਪਣਾ ਦੇਖ ਕੇ ਸੰਸਾਰ ਸਮਝਿਆ ਇਹ ਮੇਰਾ। ਪਰ ਸਾਹਿਬ ਜੀ ਕਹਿੰਦੇ ਕੋ ਕਾਹੂ ਕੋ ਨਾਹੀ। ਇੱਥੇ ਕੋਈ ਵੀ ਕਿਸੇ ਦਾ ਪੱਕਾ ਸਾਥੀ ਨਹੀਂ, ਕੋਈ ਵੀ ਕਿਸੇ ਦਾ ਪੱਕਾ ਸਾਥੀ ਨਹੀਂ, ਕਿਉਂਕਿ ਇਹ ਤੇ ਪੂਰਵਲੇ ਕਰਮਾਂ ਦਾ ਸੰਬੰਧ ਜਾਗਿਆ। ਸਾਡਾ ਪਰਿਵਾਰ, ਸਾਡਾ ਸਮਾਜ ਬਣਿਆ, ਇਹ ਤੇ ਪੂਰਵ ਜਨਮ ਕੇ ਸੰਜੋਗੀ ਆ। ਪਰ ਸਾਹਿਬ ਜੀ ਕਹਿੰਦੇ ਨੇ ਅੰਤੇ ਕੋ ਨਾ ਸਹਾਈ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਇਹ ਸੰਸਾਰ ਦੀ ਖੇਡ ਹੀ ਇਦਾਂ ਦੀ ਆ। ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਭਰਮ ਵਿੱਚੋਂ ਬਾਹਰ ਆ ਕੇ ਆ ਮੇਰਾ, ਇੱਥੇ ਮੈਂ ਹਾਂ, ਇੱਥੇ ਕੋਈ ਵੀ ਤੇਰਾ ਸਾਥ ਦੇਣ ਵਾਲਾ ਨਹੀਂ। ਨਾਨਕ ਥਿਰ ਹਰ ਭਗਤ ਹੈ ਤੈਂ ਰਾਖੋ ਮਨ ਮਾਹੇ। ਨਾਨਕ ਜੀ ਕਹਿੰਦੇ ਨੇ ਕਿ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦਾ ਨਾਮ ਹੈ, ਉਹਦੀ ਬੰਦਗੀ ਹੈ, ਉਹਦੀ ਭਗਤੀ ਹੈ। ਉਸ ਪਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ। ਉਹਦੇ ਤੋਂ ਬਿਨਾਂ ਤੇਰੇ ਜੀਵਨ ਦਾ ਕੋਈ ਵੀ ਪੱਕਾ ਸਾਥੀ ਨਹੀਂ। ਸਾਰਿਆਂ ਨੇ ਸਮੇਂ ਦੇ ਨਾਲ ਤੇਰਾ ਸਾਥ ਛੱਡ ਜਾਣਾ। ਇਸੇ ਨੂੰ ਤਾਂ ਕਹਿੰਦੇ ਨੇ ਦੇਹਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ, ਲੜ ਛੜਕਾਏ ਤਿਰਿਆ ਰੋਵੇ, ਹੰਸ ਅਕੇਲਾ ਜਾਈ। ਤੇਰੇ ਨਾਲ ਜਾਣ ਵਾਲਾ ਤੇ ਕੋਈ ਵੀ ਨਹੀਂ ਹੈ। ਸਾਰਿਆਂ ਨੇ ਸ਼ਮਸ਼ਾਨ ਭੂਮੀ ਤੱਕ ਤੇਰਾ ਸਾਥ ਹੈ। ਉੱਥੇ ਵੀ ਚਿਖਾ ਤਿਆਰ ਕਰਕੇ ਜਦੋਂ ਅੱਗ ਲਾ ਦਿੱਤੀ ਤੇ ਸਾਰਿਆਂ ਨੇ ਧਾ ਮਾਰਨੀਆਂ ਤੇ ਵਾਪਸ ਆ ਜਾਣਾ। ਅੱਗੇ ਜੀਵ ਆਤਮਾ ਨੇ ਇਕੱਲੇ ਨੇ ਜਾਣਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਸੰਸਾਰ ਤੋਂ ਜੋ ਵੀ ਆਇਆ ਉਹਨੇ ਚਲੇ ਜਾਣਾ। ਜਾਣ ਤੋਂ ਪਹਿਲੋਂ ਆਪਣੇ ਜੀਵਨ ਦਾ ਉਹ ਕਰਮ ਕਰ ਜਿਹਨੂੰ ਕਰਨ ਵਾਸਤੇ ਤੈਨੂੰ ਜੀਵਨ ਪ੍ਰਾਪਤ ਹੋਇਆ। ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਗੁਰੂ ਚਰਨਾਂ ਵਿੱਚ ਆ ਕੇ ਇਹ ਦਾਤ ਮੰਗਿਆ ਕਰ, ਅਰਦਾਸ ਕਰਿਆ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਕਿਹੜੀ ਕਿਰਪਾ? ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਏ, ਸਦਾ ਸਦਾ ਤੁਧ ਧਿਆਏ। ਇੰਨੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਅਸੀਸ ਬਖਸ਼ਣੀ, ਮਿਲੀ ਹੋਈ ਸੇਵਾ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਨਿਭਾ ਸਕੀਏ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹਾਰਦਿਕ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ ਦਾ, ਜਿਨ੍ਹਾਂ ਨੇ ਨਿਦਾਨ ਨੂੰ ਸੁਣ ਕੇ ਅਸੀਸਾਂ ਬਖਸ਼ੀਆਂ ਹਨ। ਬਹੁਤ ਉਪਮਾ ਥੋੜ੍ਹ ਕਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ